गुरु गोबिंद सिंह विसाला करो तरा तर पुन पुन सी साजी पुन पुन सीसा दोबार जग दीसा जिसमें है अमृत ज्ञान है मानव भगत बराग श्री गुरु ग्रंथ ग्रंथ साहिब बंदों अनुराग एकंकार सतगुरु ते प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए सतनाम वाहिगुरु ਸਾਹਿਬ ਜੀ ਗੁਰੂ ਗਰੀਬ ਨਵਾਜ ਪਾਲ ਬਿਤਾਵਹਿ ਰਹਿਤ ਇਕਾਕੀ ਬੋਲਣ ਮਿਲਨ ਨਾਲੇ ਸੁਧ ਕਾਕੀ ਏਕ ਦਿਵਸ ਪਾਦ ਪਤਲ ਸੁੰਦਰ ਸਗਨ ਸਾਉ ਬੈਠੇ ਗੁਣ ਮੰਦਰ ਵਾਹਿਗੁਰੂ ਜੀ ਕਾ ਵਾਹਿਗੁਰੂ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਸੋਭਾ ਪਾ ਰਹੀ ਸਹਿਬਾਂ ਦੀ ਨਿਰੰਜਨੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਪਿਆਰ ਵਾਲੀਆਂ ਸੰਗਤਾਂ ਜਿਨ੍ਹਾਂ ਦਾ ਨੇਹ ਹੈ ਪਿਆਰੇ ਦੇ ਨਾਲ। ਵੈਸੇ ਤਾਂ ਇਸ ਸ਼ਲੋਕ ਦੇ ਅੰਦਰੂਨੀ ਅਰਥ ਨੇ ਸਾਧ ਸੰਗਤ ਜੀ, ਪਰ ਦੁਨਿਆਵੀ ਵੀ ਹੈ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋਂ ਚੱਲਾਂ ਤਾਂ ਭਿੱਜੈ ਕੰਬਲੇ। ਰਾਹਾਂ ਕਰ ਟੁੱਟੈ ਨੇਹੋਂ ਜਿਹਨੇ ਨਹੀਂ ਆਉਣਾ ਉਹਦਾ ਬਹਾਨਾ ਹੋ ਸਕਦਾ ਕਿ ਮੀਂਹ ਪੈਂਦਾ, ਪਰ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਇਹ ਕਿੱਦਾਂ ਹੋ ਸਕਦਾ ਕਿ ਮੇਰਾ ਪਿਆਰ ਇੰਨਾ ਹੀ ਕੱਚਾ ਹੈ ਕਿ ਮੀਂਹ ਮੇਰਾ ਪਿਆਰ ਹੀ ਤੋੜ ਦੇ। ਇਸ ਕਰਕੇ ਅੰਦਰੀਵੀ ਅਰਥ ਨੇ ਸ਼ਬਦ ਦੇ ਵਿਕਾਰਾਂ ਦਾ ਮੀਂਹ, ਜਿਹੜਾ ਦਿਨੇ ਰਾਤ ਹੀ ਪਈ ਜਾਂਦਾ, ਸਰੀਰ ਰੂਪੀ ਕੰਬਲੀ ਭੇਂ ਕੇ ਰੱਖ ਦਿੱਤੀ। ਅੱਖਾਂ ਵੀ ਭਿੱਜ ਗਈਆਂ, ਕੰਨ ਵੀ ਭਿੱਜ ਗਏ, ਮਨ ਵੀ ਭਿੱਜ ਗਿਆ, ਸੁਰਤ ਵੀ ਭਿੱਜ ਗਈ, ਹੱਥ ਵੀ ਭਿੱਜ ਗਏ, ਸਾਰਾ ਸਰੀਰ ਪੈਰਾਂ ਤੋਂ ਸਿਰ ਤੱਕ ਇਹਨੇ ਭੇਂ ਕੇ ਰੱਖਤਾ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਹੌਸਲਾ ਨਹੀਂ ਛੱਡਿਆ। ਧਿਆਨ ਦੇਣਾ, ਕਈ ਵਾਰੀ ਆਪਾਂ ਕਹੀਦਾ ਨਹੀਂ ਜੀ ਮੇਰਾ ਮਨ ਨਹੀਂ ਸੁੱਧ, ਮੈਂ ਗੁਰਦੁਆਰੇ ਤਾਂ ਨਹੀਂ ਜਾਂਦਾ। ਆਵੇਂ ਬੰਦੇ ਕਹਿੰਦੇ ਨੇ ਜੀ ਪਾਪੀ ਆ ਜੀ, ਅਸੀਂ ਮਾੜੇ ਕਰਮ ਕੀਤੇ, ਗੁਰਦੁਆਰੇ ਕੀ ਕਰਨਾ। ਮੈਂ ਕਿਹਾ ਭਲਿਓ, ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਵੀ ਪਤਾ ਏ ਕਿ ਮੇਰੀ ਕੰਬਲੀ ਭਿੱਜੀ ਪਈ ਆ ਝੂਠ ਨਿੰਦਿਆ ਵਿਕਾਰਾਂ ਦੇ ਨਾਲ, ਪਰ ਕਹਿੰਦੇ ਮੈਂ ਹੌਸਲਾ ਥੋੜ੍ਹੀ ਨਾ ਛੱਡਣਾ। ਭਿੱਜੋ ਸਿੱਜੋ ਕੰਬਲੀ ਅੱਲੇ, ਕਹਿੰਦੇ ਉਹ ਵਿਕਾਰਾਂ ਦਾ ਮੀਂਹ ਵੀ ਰੱਬ ਦੇ ਭਾਣੇ 'ਚ ਹੀ ਆ। ਜੇ ਰੱਬ ਨੇ ਬਣਾਏ ਆ ਤੇ ਉਹਨੇ ਚਿੰਬੜਨਾ ਵੀ ਆ। ਤੋ ਇਸ ਕਰਕੇ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਭਾਵੇਂ ਭਿੱਜ ਗਈ ਕੰਬਲੀ, ਪਰ ਮੈਂ ਆਪਣਾ ਸਫ਼ਰ ਨਹੀਂ ਛੱਡਿਆ। ਜਾਏ ਮਿਲਾਂ ਤਿਨਾ ਸਜਣਾ, ਸੰਗਤ ਵਿੱਚ ਆ ਗਿਆ ਟੁੱਟੈ ਨਾਹੀ
ਧੰਨ ਮੇਰੇ ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਸ਼ਬਦ ਪੜ੍ਹ ਕੇ ਫਿਰ ਆਪਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ। ਸਾਰੀ ਸੰਗਤ ਨੂੰ ਜੀ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ, ਤੰਦਰੁਸਤੀ ਮਿਲੀ ਹੈ। ਤੀਨੇ ਤਾਪ ਨਿਵਾਰਣ ਹਾਰਾ, ਮੇਰਾ ਗੁਰੂ ਤਿੰਨ ਤਾਪ ਦੂਰ ਕਰਦਾ, ਆਦ ਵਿਆਦ ਤੇ ਉਪਾਦ। ਆਦ ਕਹਿੰਦੇ ਆ ਉਸ ਬਿਮਾਰੀ ਨੂੰ ਜਿਹੜੀ ਜਨਮ ਤੋਂ ਹੀ ਹੋਵੇ। ਜਿੱਦਾਂ ਕਈ ਜੰਮਦੇ ਵਿਚਾਰਿਆਂ ਨੂੰ ਦੁੱਖ ਹੁੰਦੇ ਆ। ਵਿਆਦ ਕਹਿੰਦੇ ਜਿਹੜੀ ਇੱਥੇ ਆ ਕੇ ਲੱਗ ਜੇ। ਹੁਣ ਕਈ ਵਾਰੀ ਆਪਾਂ ਕਹੀਦਾ ਨਾ ਜੀ ਮੈਰਿਜ ਤੋਂ ਪਹਿਲਾਂ ਕਦੇ ਸਿਰ ਨਹੀਂ ਸੀ ਦੁਖਿਆ, ਹੁਣ ਸਾਰੀਆਂ ਹੀ ਬਿਮਾਰੀਆਂ ਲੱਗ ਗਈਆਂ। ਤੀਜਾ ਕਹਿੰਦੇ ਆ ਉਪਾਦ, ਜਿਹੜੀ ਜੱਕ ਲਖਤ ਮੰਨ ਲਓ ਆਉਂਦਿਆਂ ਡਿੱਗ ਪਏ, ਸੱਟ ਲੱਗ ਗਈ, ਉਹਨੂੰ ਕਹਿੰਦੇ ਉਪਾਦੀ। ਤਿੰਨ ਤਾਪ ਸੰਸਾਰ ਦੇ ਉੱਤੇ ਕਾਬਜ ਹੋਏ ਹੈ। ਇੱਕ ਜਮਾਂਦਰੂ, ਇੱਕ ਇੱਥੇ ਆ ਕੇ, ਇੱਕ ਜਿਹੜੀ ਉੱਪਰੋਂ ਪੈ ਜਾਣੀ ਯਕਦਮ ਵੀ ਅੱਜ ਚੰਗੇ ਭਲੇ, ਕੱਲ ਨੂੰ ਪਤਾ ਨਹੀਂ ਕੀ ਹੋ ਗਿਆ। ਪਰ ਮੇਰੇ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਤੀਨੇ ਤਾਪ ਨਿਵਾਰਨ ਹਾਰਾ, ਮੇਰਾ ਗੁਰੂ ਇੰਨਾ ਕੁ ਤਾਕਤ ਰੱਖਦਾ ਹੈ ਵੀ ਤਿੰਨੇ ਤਾਪਾਂ ਨੂੰ ਨਿਵਾਰ ਦਿੰਦਾ। ਤੇ ਨਿਵਾਰੇ ਵੀ ਹੈ ਕਿਉਂਕਿ ਆਦ ਦਾ ਰੋਗ ਸੀ ਭਾਈ ਕੰਠੂ ਨੂੰ। ਰੋਜ਼ ਜਾਂਦਾ ਸੀ ਗੁਰੂ ਘਰ, ਤੇ ਇੱਕ ਦਿਨ ਮੀਂਹ ਪਿਆ ਤੇ ਤਿਲਕ ਪਿਆ। ਜਦੋਂ ਤਿਲਕ ਪਿਆ ਤੇ ਸਾਰਾ ਕੱਪੜੇ, ਸਾਰਾ ਦਾੜਾ ਚਿੱਕੜ ਨਾਲ ਭਰ ਗਿਆ। ਤੇ ਕਿਸੇ ਨੂੰ ਕਹਿੰਦਾ ਵੀ ਮੈਨੂੰ ਘਰੇ ਛੱਡਿਆ, ਵੀ ਅੱਜ ਮੈਂ ਜਾਣਾ ਨਹੀਂ, ਹੁਣ ਤਾਂ ਮੇਰੇ ਬਸਤਰ ਖਰਾਬ ਹੋ ਗਏ ਆ। ਤੇ ਜਿਹਨੇ ਛੱਡਣਾ ਸੀ ਉਹਨੇ ਥੋੜਾ ਜਿਹਾ ਮਿਹਣਾ ਮਾਰਤਾ, ਕਹਿੰਦਾ ਮੈਨੂੰ ਇੱਕ ਗੱਲ ਦੱਸ, ਤੂੰ ਤੇ ਅੰਨਾ ਏ। ਧਿਆਨ ਦਿਓ, ਕਈ ਵਾਰੀ ਆਪਾਂ ਇੰਨੀ ਅਵਸਥਾ ਦੇ ਮਾਲਕ ਨਹੀਂ ਆ। ਕਹਿੰਦੇ ਤੂੰ ਤੇ ਅੰਨਾ ਏ ਤੇ ਦਰਸ਼ਨ ਕਿਹਦੇ ਕਰਦਾ ਰੋਜ਼? ਭਾਈ ਕੰਠੂ ਕਹਿੰਦਾ ਮੈਨੂੰ ਜੋ ਮਰਜ਼ੀ ਕਹਿ ਲਈ, ਮੇਰੇ ਪਿਆਰੇ ਨੂੰ ਨਾ ਕਹੀ। ਕਹਿੰਦੇ ਕੀ ਹੋਇਆ? ਕਹਿੰਦੇ ਅੰਨਾ ਮੈਂ ਆ, ਦੀਦਾ ਮੈਨੂੰ ਨਹੀਂ ਹੈ, ਜਾਂਦਾ ਮੈਂ ਆ, ਤੂੰ ਕਿਉਂ ਦੁੱਖ ਦਿੰਦਾ? ਤੈਨੂੰ ਮੈਂ ਇੰਨਾ ਹੀ ਕਿਹਾ ਮੈਨੂੰ ਘਰੇ ਛੱਡਿਆ। ਕਈਆਂ ਨੂੰ ਆਦਤ ਹੁੰਦੀ ਸਵਾਲ ਤੇ ਸਵਾਲ। ਕਹਿੰਦਾ ਨਹੀਂ ਭਾਈ ਸਾਹਿਬ, ਗੁੱਸਾ ਨਹੀਂ, ਮੈਂ ਵੈਸੇ ਪੁੱਛਿਆ ਵੀ ਜਿਨ੍ਹਾਂ ਦੀਆਂ ਅੱਖਾਂ ਉਹ ਤੇ ਕਦੇ ਮੱਥਾ ਟੇਕਣ ਗਏ ਨਹੀਂ, ਤੇ ਤੇਰੀਆਂ ਅੱਖਾਂ ਵੀ ਨਹੀਂ ਹੈਗੀਆਂ। ਤੇ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੂੰ 250-300 ਸ਼ਬਦ ਜ਼ੁਬਾਨੀ ਯਾਦ ਹੈ, ਆਪਣੀਆਂ 2 ਅੱਖਾਂ ਕੰਮ ਕਰਦੀਆਂ, ਆਪਾਂ ਨੂੰ ਤੇ 5 ਪੌੜੀਆਂ ਨਹੀਂ ਯਾਦ। ਹੁਣ ਕੀ ਕਵਾਂਗੇ? ਉਹ ਸੂਰਮੇ ਆ ਕਿ ਆਪਾਂ ਅੰਨੇ ਆ? ਤੋ ਇਸ ਕਰਕੇ ਭਾਈ ਕੰਠੂ ਜੀ ਰੋ ਪਏ। ਕਹਿੰਦੇ ਰੋਇਆ ਕਿਉਂ? ਕਹਿੰਦਾ ਤੂੰ ਗੱਲ ਹੀ ਇਦਾਂ ਦੀ ਕੀਤੀ ਵੀ ਤੈਨੂੰ ਦੀਦਾ ਤੇ ਨਹੀਂ, ਤੇ ਦਰਸ਼ਨ ਕਿਹਦੇ ਕਰਦਾ ਜਾ ਕੇ? ਭਾਈ ਕੰਠੂ ਕਹਿੰਦੇ ਅੰਨਾ ਮੈਂ, ਮੇਰਾ ਗੁਰੂ ਤੇ ਸਜਾਖਾ ਹੀ ਆ। ਕਹਿੰਦੇ ਜਦੋਂ ਮੈਂ ਗੁਰੂ ਰਾਮਦਾਸ ਦੀ ਅਰਦਲ ਤੇ ਆਪਣਾ ਸਿਰ ਰੱਖਦਾ ਹੈ ਨਾ, ਮੈਨੂੰ ਬੇਸ਼ੱਕ ਕੁਛ ਨਹੀਂ ਦੀਦਾ, ਮੈਂ ਕਹਿੰਦਾ ਕਿੰਨਾ ਚੰਗਾ ਉਹਨੂੰ ਨਹੀਂ ਦੀਦਾ। ਜਦੋਂ ਬੰਦੇ ਨੂੰ ਦੂਜਾ ਦਿਸਣ ਲੱਗ ਪਏ ਪਹਿਲਾਂ ਭੁੱਲ ਜਾਂਦਾ, ਕਿਉਂਕਿ ਇੱਕ ਚੀਜ਼ ਸੋਹਣੀ ਹੋਵੇ ਦਿਸੇ ਨਾ, ਉਦੋਂ ਵੱਧ ਸੋਹਣੀ ਮਿਲ ਜੇ ਤੇ ਪਹਿਲੀ ਭੁੱਲ ਜਾਂਦੀ ਹੈ। ਇਸੇ ਤਰ੍ਹਾਂ ਕਰਕੇ ਪੁਰਾਣੇ ਸਮੇਂ ਸਾਡੀਆਂ ਮਾਤਾਵਾਂ ਸੀ ਕੱਚੇ ਕੋਠਿਆਂ ਤੇ ਬੂਟੇ ਬਣਾਉਣੇ, ਤੋਤੇ ਬਣਾਉਣੇ। ਜਦੋਂ ਭੈਣ ਨੇ ਦੂਜੇ ਦੇ ਘਰ ਵੇਖਣਾ ਕਹਿਣਾ ਅੱਜ ਮੈਂ ਵੀ ਬਣਾਉਂ, ਉਹ ਵਧੀਆ ਸੀ। ਉਦੋਂ ਬਾਅਦ 'ਚ ਤਾਂ ਫਿਰ ਤੂਫਾਨ ਹੀ ਆ ਗਿਆ, ਕੱਚੇ ਖਤਮ ਹੋ ਗਏ, ਪੱਕੇ ਪੱਕੇ ਤਾਂ ਕਰਦੇ ਤਾਂ ਹੀ ਚੱਲੇ। ਆਖੋ ਸਤਨਾਮ ਸ੍ਰੀ। ਧੰਨ ਮੇਰੇ ਪਾਤਸ਼ਾਹ ਮਹਾਰਾਜ। ਅੱਜ ਵੀ ਤੁਸੀਂ ਸੁਲਤਾਨਪੁਰ ਜਾਓਗੇ ਨਾ, ਗੁਰੂ ਕੇ ਬਾਗ ਗੁਰੂ ਨਾਨਕ ਦੇ ਪੁਰਾਤਨ ਘਰ ਨੂੰ ਵੇਖਣਾ, ਤੁਹਾਨੂੰ ਥੱਲੇ ਉਤਰਨਾ ਪੈਣਾ। ਪੁਰਾਣੇ ਜਿੰਨੇ ਵੀ ਘਰ ਸੀ ਥੱਲੇ ਲੋਕੀ ਬਣਾਉਂਦੇ ਸੀ, ਟੋਆ ਪੁੱਟ ਕੇ, ਸੁਖੀ ਸੀ। ਅੱਜ ਜਿੰਨੇ ਵੀ ਨਵੀਂ ਕੋਠੀ ਪਾਉਂਦੇ ਨਾਲ ਦੇ ਤੋਂ 4 ਫੁੱਟ ਪ੍ਰਤੀ ਉੱਚੀ ਪਾਉਂਦੇ। ਤੇ ਮਹਾਰਾਜ ਕਹਿੰਦੇ ਜਿੰਨਾ ਉੱਚੇ ਹੋਵਾਂਗੇ ਉਨੇ ਔਖੇ ਹੋਵਾਂਗੇ, ਜਿੰਨੇ ਨੀਵੇਂ ਰਵਾਂਗੇ ਆਨੰਦ ਲਵਾਂਗੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ, ਦਇਆ ਕਰਨਾ। ਭਾਈ ਕੰਠੂ ਜੀ ਅੱਖਾਂ ਭਰ ਕੇ ਰੋਏ। ਕਹਿੰਦੇ ਅੰਨਾ ਮੈਂ, ਮੇਰਾ ਗੁਰੂ ਤੇ ਸਜਾਖਾ ਹੀ ਹੈ। ਮੈਂ ਆਸਰੇ ਜੀ ਨਾਲ ਚੱਲ ਜਾਣਾ, ਜਦੋਂ ਮੈਂ ਮੱਥਾ ਟੇਕਦਾ ਮੇਰੇ ਗੁਰੂ ਸਾਹਿਬ ਵੇਖ ਲੈਂਦੇ ਆ ਗਿਆ, ਤੇ ਮੈਨੂੰ ਇੰਨਾ ਹੀ ਬਹੁਤ ਹੈ। ਮੈਂ ਕਿਸੇ ਨੂੰ ਵੇਖਣਾ ਵੀ ਨਹੀਂ ਚਾਹੁੰਦਾ ਵੈਸੇ, ਬਸ ਮੇਰੀ ਜਿੱਥੇ ਲੱਗੀ ਹੈ ਤੋਂ ਲੱਗੀ ਹੈ।
ਤੇ ਮਹਾਰਾਜ ਸਾਹਿਬ ਜੀ ਸਾਖੀ ਲੰਮੀ, ਆਪਾਂ ਇਤਿਹਾਸ ਵੱਲ ਜਾਣਾ। ਮੈਂ ਤਿੰਨਾਂ ਤਾਪਾਂ ਦਾ ਜ਼ਿਕਰ ਕਰ ਬੈਠਾ, ਉਹ ਤੁਹਾਡੇ ਸਾਹਮਣੇ ਰੱਖ ਕੇ। ਤੋ ਗੁਰੂ ਸਾਹਿਬ ਜੀ ਫਿਰ ਇਹਦੇ ਘਰ ਆਪ ਗਏ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੋਂ ਸ਼ੁਰੂ ਹੋਇਆ, ਕਿਉਂਕਿ ਅੰਨਾ ਬੰਦਾ ਟੋਹ ਕੇ ਕਰਦਾ। ਟੋਂਦਾ ਟੋਂਦਾ ਮਹਾਰਾਜ ਦੇ ਇੱਥੋਂ ਗਲੇ ਤੱਕ ਆਇਆ, ਦਾੜਾ ਟੋਇਆ, ਚਿਹਰਾ ਟੋਇਆ, ਦਸਤਾਰ ਟੋਈ, ਤੇ ਕਹਿੰਦਾ ਧੰਨ ਕੱਪੜਾ, ਧੰਨ ਬਣਾਉਣ ਵਾਲਾ, ਧੰਨ ਮੇਰੇ ਪਾਤਸ਼ਾਹ ਪਾਉਣ ਵਾਲੇ। ਤੇ ਨਾਲ ਹੀ ਰੋ ਪਿਆ। ਮਾਰੇ ਕਹਿੰਦੇ ਕੀ ਹੋਇਆ? ਕਹਿੰਦੇ ਪਾਤਸ਼ਾਹ ਅੰਨਾ ਅੰਨਾ ਹੀ ਹੁੰਦਾ ਤੇ ਅੱਖਾਂ ਅੱਖਾਂ ਹੀ ਹੁੰਦੀਆਂ। ਮਹਾਰਾਜ ਜੀ ਕਹਿੰਦੇ ਤੂੰ ਚਾਹੁੰਦਾ ਕੀ ਹੈ? ਕਹਿੰਦੇ ਪਾਤਸ਼ਾਹ ਜੇ ਅੱਜ ਕਿਤੇ ਮੇਰੀਆਂ ਵੀ ਹੁੰਦੀਆਂ ਤੁਹਾਨੂੰ ਵੇਖ ਲੈਂਦਾ। ਹੁਣ ਤੁਹਾਡਾ ਗੁਰੂ ਕਿੰਨਾ ਕੁ ਸਮਰੱਥ ਹੈ ਜਿਹਦੇ ਘਰ ਬੈਠੇ ਐ ਮੇਰੇ ਪਾਤਸ਼ਾਹ। ਮਹਾਰਾਜ ਜੀ ਕਹਿੰਦੇ ਵੇਖਣਾ, ਵਿਖਾ ਦਈਏ। ਮਹਾਰਾਜ ਨੇ ਆਪਣਾ ਸੱਜਾ ਹੱਥ ਇਹਦੇ ਚਿਹਰੇ ਦੇ ਉੱਪਰੋਂ ਲੰਘਾਇਆ। ਆਦ ਪਹਿਲਾ ਤਾਪ ਸੀ ਜਿਹੜਾ ਜਨਮ ਤੋਂ ਅੰਨਾ ਸੀ, ਦੋਵੇਂ ਨੇਤਰਾਂ ਦੀ ਜੋਤ ਆ ਗਈ। ਰੱਜ ਰੱਜ ਕੇ ਦਰਸ਼ਨ ਕੀਤੇ ਮਹਾਰਾਜ ਦੇ, ਸੱਚੇ ਪਾਤਸ਼ਾਹ ਦੇ। ਫਿਰ ਜਦੋਂ ਸ਼ਾਮਾਂ ਪਈਆਂ ਮਹਾਰਾਜ ਕਹਿੰਦੇ ਹੁਣ ਅਸੀਂ ਚੱਲੇ ਹਾਂ ਤੇ ਚੰਗਾ। ਫਿਰ ਕਹਿੰਦੇ ਮਹਾਰਾਜ ਰਹਿ ਪੋ। ਬਾਦਸ਼ਾਹ ਕਹਿੰਦੇ ਬਾਕੀ ਸੰਗਤ ਵੀ ਡੀਕ ਰਹੀ ਹੈ, ਹੁਣ ਸਾਨੂੰ ਜਾਣ ਦੇ। ਕਹਿੰਦੇ ਪਾਤਸ਼ਾਹ ਫਿਰ ਇੱਕ ਕੰਮ ਕਰ ਜਿਓ, ਮੈਨੂੰ ਅੰਨਾ ਕਰ ਦੇ। ਪਾਤਸ਼ਾਹ ਕਹਿੰਦੇ ਇਹ ਕੀ? ਇਹ ਗੁਰੂ ਨਾਨਕ ਦਾ ਘਰ ਹੈ, ਇੱਥੋਂ ਦਿੱਤਾ ਜਾਂਦਾ ਵਾਪਸ ਨਹੀਂ ਲਿਆ ਜਾਂਦਾ, ਦਿੰਦਾ ਦੇ। ਕਹਿੰਦੇ ਨਹੀਂ ਮਹਾਰਾਜ ਮੇਰੀ ਬੇਨਤੀ ਪ੍ਰਵਾਨ ਕਰੋ, ਮੈਨੂੰ ਅੰਨਾ ਕਰ ਦਿਓ। ਮਹਾਰਾਜ ਕਹਿੰਦੇ ਅੰਨਾ ਹੋ ਕੀ ਕਰਨਾ? ਕਹਿੰਦੇ ਮੈਂ ਕਿਸੇ ਦਾ ਮੂੰਹ ਵੇਖਣਾ ਹੀ ਨਹੀਂ ਚਾਹੁੰਦਾ, ਬਸ ਤੁਹਾਡਾ ਵੇਖ ਲਿਆ ਤੇ ਇੰਨੀ ਚੜ੍ਹਦੀ ਕਲਾ ਏ। ਤੋ ਮਹਾਰਾਜ ਕਹਿੰਦੇ ਨਹੀਂ, ਦੋ ਅੱਖਾਂ ਤਾਂ ਨਹੀਂ ਬੰਦ ਕਰ ਸਕਦੇ, ਜੇ ਕਵੇਂ ਤੇ ਤੀਜੀ ਲਾ ਦਈਏ। ਹੱਸ ਪਿਆ। ਕਹਿੰਦੇ ਮਹਾਰਾਜ ਲੋਕ ਹੱਸਣਗੇ ਮੇਰੇ ਵੱਲ ਵੇਖ ਕਿ ਮੇਰੀਆਂ ਤਿੰਨ ਅੱਖਾਂ। ਮਹਾਰਾਜ ਕਹਿੰਦੇ ਤੂੰ ਬਹੁਤ ਭੋਲਾ ਏ ਪੁੱਤ, ਤੇ ਮੈਂ ਵੀ ਭੋਲਿਆਂ ਨੂੰ ਹੀ ਮਿਲਦਾ, ਦੂਜਿਆਂ ਦੀ ਤੇ ਮੈਂ ਮੁਕਾਣੇ ਨਹੀਂ ਜਾਂਦਾ। ਕੁਛ ਜਿਹੜਾ ਬੰਦਾ ਆਪਣੇ ਆਪ ਨੂੰ ਚਲਾਕ ਸਮਝਦਾ ਨਾ, ਉਹਨੂੰ ਮਹਾਰਾਜ ਨੇ ਆਖਿਆ ਇਹ ਮਨ ਚੰਚਲਾ ਰੱਬ ਮਿਲਦਾ ਹੀ ਭੋਲਿਆਂ ਨੂੰ। ਜਿੰਨਿਆਂ ਭਗਤਾਂ ਦਾ ਜੀਵਨ ਪੜ੍ਹ ਲਿਓ, ਜਿੰਨਾ ਹੀ ਭੋਲੇ ਸਾਦੇ ਹੋ ਜਾਓਗੇ ਰੱਬ ਘਰੇ ਆ ਕੇ ਮਿਲੋ, ਕਿਉਂਕਿ ਉਹ ਬੇਪਰਵਾਹ ਹੈ ਨਾ, ਤੇ ਉਹ ਮਿਲਦਾ ਬੇਪਰਵਾਹੀ ਵਾਲੇ ਨੂੰ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਬੜਾ ਭੋਲਾ ਏ। ਤੀਜੀ ਅੱਖ ਬ੍ਰਹਮ ਦੀ ਹੁੰਦੀ ਆ, ਉਹ ਦੀਦੀ ਨਹੀਂ ਆ, ਕਰਮਾਂ ਵਾਲਿਆਂ ਦੀ ਖੁੱਲ੍ਹਦੀ ਹੈ, ਉਹ ਤੈਨੂੰ ਦੇ ਦਿੱਤੀ। ਇਹਨੂੰ ਕਹਿੰਦੇ ਆਦ ਪਹਿਲਾ ਤਾਪ। ਦੂਜਾ ਵਿਆਦ ਸੀ ਬੀਬੀ ਰਚਨੀ ਦਾ ਕੋੜਾ, ਉਹਨੂੰ ਇੱਥੇ ਆ ਕੇ ਕੋੜ ਹੋਇਆ ਸੀ ਨਾ, ਪਹਿਲਾਂ ਨਿੱਕਾ ਹੁੰਦਾ ਸੋਹਣਾ ਸੀ, ਬਾਅਦ 'ਚ ਕੋੜ ਹੋ ਗਿਆ, ਸਰੀਰ ਗਲ ਗਿਆ, ਉਹ ਵੀ ਵਿਆਦ ਮਹਾਰਾਜ ਨੇ ਫਿਰ ਉੱਥੇ ਕਿਰਪਾ ਕਰਤੀ। ਤੀਜਾ ਹੁੰਦਾ ਉੱਪਰੋਂ ਪੈ ਜਾਣਾ, ਉੱਪਰੋਂ ਪੈ ਜਾਣਾ। ਉਹ ਕੀ ਸੀ? ਮਾਲੜੀ ਸਾਹਿਬ ਜਾਓਗੇ, ਉਹ ਬਾਪੂ ਦੇ ਯਕਦਮ ਕੁੱਬ ਪੈ ਗਿਆ, ਬਜ਼ੁਰਗ ਹੋ ਗਿਆ, ਉਹ ਤੋਂ ਸਿੱਧਾ ਨਹੀਂ ਸੀ ਹੋਇਆ ਜਾਂਦਾ। ਤੇ ਮੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਬਾਪੂ ਜੋੜਾ ਪਵਾ, ਕਹਿੰਦੇ ਮੇਰੇ ਤੋਂ ਨਹੀਂ ਪਾਇਆ ਜਾਣਾ, ਆਪੇ ਹੀ ਪਾ ਲਓ ਹੁਣ ਬਸ। ਮਹਾਰਾਜ ਕਹਿੰਦੇ ਪਾਉਣਾ ਕਿ ਨਹੀਂ ਪਾਉਣਾ? ਕਹਿੰਦੇ ਪਾਤਸ਼ਾਹ ਤੁਸੀਂ ਪਾ ਲਓ। ਆਦ ਵਿਆਦ ਉਪਾਦ ਤੀਜਾ ਤਾਪ। ਮਹਾਰਾਜ ਸਾਹਿਬ ਜੀ ਨੇ ਬਾਹੋਂ ਫੜ ਕੇ ਤੇ ਜਿਹੜਾ 1 ਇੰਚ ਨਹੀਂ ਸੀ ਹਿੱਲ ਸਕਦਾ, ਉਹਨੂੰ ਸਿੱਧਾ ਖੜਾ ਕਰਦਾ। ਇਸ ਕਰਕੇ ਸਾਧ ਸੰਗਤ ਜੀ ਭਰੋਸਾ ਰੱਖੋ, ਇਤਿਹਾਸ ਗਵਾਹੀ ਦਿੰਦਾ, ਬਾਣੀ ਕਸਵੱਟੀ ਪਾਉਂਦੀ ਹੈ। ਤੀਨੇ ਤਾਪ ਨਿਵਾਰਨ ਹਾਰਾ, ਤਾਂ ਕੋ ਵਿਗਣ ਨ ਕੋ ਲਾਗੈ। ਪ੍ਰਭੂ ਆਗੇ ਅਰਦਾਸ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਨਾਲ ਪਿਆਰੇ ਨੇਹ 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 ਚੱਲਾਂ ਤਾਂ ਭਿਜੈ ਕੰਬਲੀ ਚੱਲਾਂ ਤਾਂ ਭਿਜੈ ਕੰਬਲੀ ਚੱਲਾਂ ਤਾਂ ਭਿਜੈ ਕੰਬਲੀ ਚੱਲਾਂ ਤਾਂ ਭਿਜੈ ਕੰਬਲੀ ਰਹਾਂ ਤਾਂ ਟੁੱਟੈ ਨੇਹ ਰਹਾਂ ਤਾਂ ਟੁੱਟੈ ਨੇਹ ਰਹਾਂ ਤਾਂ ਟੁੱਟੈ ਨੇਹ ਰਹਾਂ ਤਾਂ ਟੁੱਟੈ ਨੇਹ ਭਿਜੋ ਸਿਜੋ ਕੰਬਲੀ ਭਿਜੋ ਸਿਜੋ ਕੰਬਲੀ ਭਿਜੋ ਸਿਜੋ ਕੰਬਲੀ ਭਿਜੋ ਸਿਜੋ ਕੰਬਲੀ ਅੱਲੇ ਵਰਸੈ ਮੇਹ ਅੱਲੇ ਵਰਸੈ ਮੇਹ ਅੱਲੇ ਵਰਸੈ ਮੇਹ ਅੱਲੇ ਵਰਸੈ ਮੇਹ ਜਾਏ ਮਿਲਾਂ ਤਿਨ ਸਜਣਾ 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 ਟੁੱਟੈ ਨਾਹੀ ਨੇਹ ਟੁੱਟੈ ਨਾਹੀ ਨੇਹ ਟੁੱਟੈ ਨਾਹੀ ਨੇਹ ਟੁੱਟੈ ਨਾਹੀ ਨੇਹ ਧੰਨ ਬਾਬਾ ਫਰੀਦ ਸਾਹਿਬ ਜਿਨ੍ਹਾਂ ਦੇ ਪਿਆਰੇ ਬੋਲ ਤੁਸੀਂ ਆਪਾਂ ਸਾਰਿਆਂ ਨੇ ਆਪਣੀ ਜ਼ੁਬਾਨ ਤੇ ਰੱਖੇ ਹੈ। ਇਹ ਬੜੇ ਮਹਿੰਗੇ ਬੋਲ ਹੈ ਔਰ ਬੜੇ ਲੰਮੇ ਸਮੇਂ ਪਹਿਲਾਂ ਆਏ ਸੀ ਕਿਉਂਕਿ 550 ਸਾਲ ਗੁਰੂ ਨਾਨਕ ਸਾਹਿਬ ਨੂੰ ਹੋ ਗਿਆ ਤੇ ਬਾਬਾ ਫਰੀਦ ਜੀ ਦਾ ਆਗਮਨ ਹੈ 1173 ਦਾ, ਗੁਰੂ ਨਾਨਕ ਸਾਹਿਬ 1469। ਤੋ ਇੰਨੀ ਕਮਾਈ ਇਸ ਮਹਾਂਪੁਰਖ ਨੇ ਕੀਤੀ ਹੈ। ਇਹ ਬੋਲ ਬੜੇ ਕੀਮਤੀ ਹੈ। 800-700 ਸਾਲ ਪੁਰਾਣੇ ਬੋਲ ਆਪਾਂ ਸਾਂਝੇ ਕੀਤੇ ਹੈ। ਕਿੱਦਾਂ ਦੀ ਧਰਤੀ ਹੋਵੇਗੀ ਉਦੋਂ। ਅੱਜ ਤੋਂ 100 ਸਾਲ ਪਿੱਛੇ ਵੇਖੀਏ ਤਾਂ ਬਹੁਤ ਕੁਝ ਸੀ ਆਪਣੇ ਕੋਲ, ਤੇ 800 ਸਾਲ ਪਹਿਲਾਂ ਕਿੱਦਾਂ ਦਾ ਮਾਹੌਲ ਸੀ। ਉਸ ਮਾਹੌਲ ਦੇ ਵਿੱਚ ਬਹਿ ਕੇ ਬਾਬੇ ਫਰੀਦ ਨੇ ਆਪਣੀ ਕਿਤਾਬ ਦੇ ਉੱਤੇ
ਇਸ਼ਕ ਦੇ ਪੇਪਰ ਦੇ ਉੱਤੇ ਮੁਹੱਬਤ ਦੇ ਪਿੰਨ ਦੇ ਨਾਲ ਇਹ ਬੋਲ ਲਿਖੇ ਸੀ ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਨੇ। ਆਓ ਪਿਆਰਿਓ ਚੱਲੀਏ ਰਾਏ ਭੋਏ ਦੀ ਤਲਵੰਡੀ। ਦਾਸ ਤੋਂ ਪਿੱਛੋਂ ਆਪ ਜੀ ਨੇ ਸਿੰਘ ਸਾਹਿਬ ਜੀ ਤੋਂ ਸਰਵਣ ਕੀਤਾ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਸੱਪ ਨੇ ਛਾਂ ਕੀਤੀ, ਇਹ ਪ੍ਰਸੰਗ ਪੂਰਾ ਹੋਇਆ ਸੀ। ਬਾਅਦ ਵਿੱਚ ਫਿਰ ਮਹਿਤਾ ਕਲਿਆਣ ਦਾਸ ਜੀ ਨੇ ਆਖਿਆ, ਕਹਿੰਦੇ ਬਾਬਾ ਨਾਨਕ ਦੇਵ ਮਹਾਰਾਜ ਜੀ ਨੂੰ ਬੇਟਾ ਮੀਂਹ ਪਿਆ, ਰੁੱਤ ਬੜੀ ਸੋਹਣੀ ਆ ਤੇ ਬੱਤਰ ਹੈ, ਬੱਤਰ ਹੋਵੇ ਜ਼ਮੀਨ ਤੇ ਜਿਹੜਾ ਬੀਜ ਹੈ ਉੱਗ ਪੈਂਦਾ। ਹੁਣ ਕਈ ਸਿੰਘ ਪੁੱਛਦੇ ਆ ਬਾਬਾ ਜੀ ਪਾਠ ਕਿੱਦਾਂ ਕਰਨਾ ਚਾਹੀਦਾ, ਕਿਹੜੇ ਟਾਈਮ ਕਰਨਾ ਚਾਹੀਦਾ, ਸੇਵਾ ਕਿੱਦਾਂ ਕਰਨੀ ਚਾਹੀਦੀ। ਮਹਾਂਪੁਰਖ ਕਹਿੰਦੇ ਹੁੰਦੇ ਸੀ ਜਦੋਂ ਬੱਤਰ ਹੋਵੇ ਨਾ, ਬੱਤਰ ਤੇ ਬਾਪੂ ਝੋਲੀ ਭਰ ਕੇ ਬੀਜ ਦੀ ਤੇ ਜਦੋਂ ਛੱਟਾ ਦਿੰਦਾ ਸੀ ਤੇ ਉਹ ਇਹ ਥੋੜਾ ਵੇਂਦਾ ਸੀ ਵੀ ਬੀਜ ਜਦੋਂ ਡਿੱਗਦਾ ਏ ਉਹ ਕਿੱਧਰ ਨੂੰ ਡਿੱਗਦਾ। ਉਹ ਬੀਜ ਵਿੰਗਾ ਹੋਵੇ, ਟੇਢਾ ਹੋਵੇ, ਸਿੱਧਾ ਹੋਵੇ, ਬਸ ਲੁਕਿਆ ਹੋਣਾ ਚਾਹੀਦਾ। ਕਿੱਦਾਂ ਜੀ? ਲੁਕਿਆ ਹੋਣਾ ਚਾਹੀਦਾ। ਜਿਹੜਾ ਵੀ ਬੀਜ ਤੁਸੀਂ ਬੀਜਣਾ ਉਹ ਉੱਗ ਪੈਂਦਾ, ਭਾਵੇਂ ਵਿੰਗਾ ਹੋਵੇ, ਟੇਢਾ, ਪੁੱਠਾ, ਸਿੱਧਾ ਹੋਵੇ। ਜਿਹੜਾ ਲੁਕਿਆ ਹੋਇਆ ਨਾ ਮਿੱਟੀ 'ਚ ਉਹਨੇ ਨਿਕਲ ਆਉਣਾ, ਜਿਹੜਾ ਉੱਪਰ ਪਿਆ ਰਹਿ ਗਿਆ ਉਹਨੇ। ਤੇ ਅੱਜ ਕੀ ਕਰਦੇ ਆਪਾਂ? 5 ਮੂਲ ਮੰਤਰ ਪੜ੍ਹਦੇ ਨਹੀਂ, ਵੀਡੀਓ ਬਣਾ ਕੇ ਪਾ ਦਿੰਦੇ। ਇੱਦਾਂ ਹੀ ਹੁੰਦਾ ਨਾ। ਹਜੇ ਪਤਾ ਨਹੀਂ ਪ੍ਰਸ਼ਾਦਾ ਛਕਣਾ, ਅਰਦਾਸ ਹੁੰਦੀ, ਵੀਡੀਓ ਦੋ ਪਹਿਲਾਂ ਸਟੇਟਸ ਲਾਇਆ ਹੁੰਦਾ ਵੀ ਮੈਂ ਰੋਟੀ ਖਾਣ ਲੱਗਾ ਵਾਹਿਗੁਰੂ ਕਹਿਣਾ। ਮਹਾਰਾਜ ਕਹਿੰਦੇ ਤੇਰਾ ਬੀਜ ਤੇ ਕਮਲਿਆ ਲੁਕਿਆ ਨਹੀਂ ਤੇ ਉੱਗਣਾ ਕਿੱਥੋਂ ਸੀ? ਅਜੇ 2 ਪੌੜੀਆਂ ਪੜ੍ਹਦਾ ਨਹੀਂ ਤੇ ਕਈਆਂ ਨੂੰ ਕਹੂ ਅੱਜ ਮੈਂ ਇੰਨਾ ਕੀਤਾ, ਅੱਜ ਮੈਂ ਇੰਨਾ ਕਰ ਲਿਆ। ਮਹਾਂਪੁਰਖ ਕਹਿੰਦੇ ਬੀਜ ਜਿੱਧਰ ਨੂੰ ਮਰਜੀ ਡਿੱਗੇ, ਲੁਕਿਆ ਹੋਵੇ ਤੇ ਉੱਗ ਪੈਂਦਾ। ਤੂੰ ਵੀ ਟਾਈਮ ਨਾ ਵੇਖਿਆ ਕਰ, ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ। ਇਹ ਨਾ ਵੇਖਿਆ ਕਰ ਮੈਂ ਨਹਾਤਾ ਨਹੀਂ ਜੀ, ਮੇਰੇ ਕੱਪੜੇ ਗੰਦੇ ਸੀ, ਮੇਰੇ ਪ੍ਰਾਹੁਣੇ ਆ ਗਏ। ਬੀਜ ਬੀਜਣ ਲੱਗਾ ਵਕਤ ਨਾ ਵਿਚਾਰੀ। ਜਦੋਂ ਮੰਨ ਲਾ ਕਥਾ ਦਾ ਟਾਈਮ ਹੋ ਗਿਆ, ਮੰਨ ਲਾ ਤੂੰ ਖੇਤਾਂ 'ਚ ਆਇਆ ਹੈ, ਤੈਨੂੰ ਪਤਾ ਹੈ ਵੀ ਕਥਾ ਲੰਘ ਜਾਣੀ ਤੇ ਇਸ਼ਨਾਨ ਕਰਨਾ ਹੈ, ਉਸ ਇਸ਼ਨਾਨ ਨਾਲੋਂ ਚੰਗਾ ਮੂੰਹ ਹੱਥ ਧੁਲਾ, ਕਿਉਂਕਿ ਜੇ ਤੂੰ ਕਰਨ ਲੱਗ ਪਿਆ ਤਾਂ ਗਿਆ ਟਾਈਮ। ਉਦੋਂ ਚੰਗਾ ਆ ਜਾ, ਬਹਿ ਜਾ, ਕਿਉਂਕਿ ਬੱਤਰ ਹੈ ਨਾ, ਇਸ ਵੇਲੇ ਬੱਤਰ 'ਚ ਹੈ, ਬੱਤਰ 'ਚ ਬੀਜ ਬੀਜਦੇ। ਬਸ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁੱਚੇ ਨਾ ਆਖੀਏ ਬਹਿਣ ਜੇ, ਇਹ ਨਾ ਹੋਵੇ ਤੂੰ ਸਲਾਵਾਂ ਹੀ ਬਣਾਉਂਦਾ ਰਵੇਂ ਜੀ। ਕਿੱਦਾਂ ਬਹਿਣਾ ਚਾਹੀਦਾ, ਕਿੱਦਾਂ ਜਪਣਾ ਚਾਹੀਦਾ, ਕਿੱਦਾਂ ਸੁਰਤੀ ਲੱਗਦੀ। ਕਈ ਬੜਾ ਪੁੱਛਣਗੇ, ਉਹ ਕਹਿੰਦੇ ਬੀਜ ਬੀਜੋ ਬੀਜੋ ਬੀਜੋ, ਵਾਹਿਗੁਰੂ ਕਿਆ ਕਰੋ, ਜਿੱਦਾਂ ਦਾ ਆਉਂਦਾ ਉੱਦਾਂ ਦਾ ਹੀ ਕਹਿ ਦਿਆ ਕਰੋ, ਕਿਤੇ ਨਾ ਕਿਤੇ ਉੱਗ ਪੂਗਾ। ਤੋ ਬਾਪੂ ਕਹਿੰਦਾ ਨਾਨਕ ਪੁੱਤ ਮੀਂਹ ਪਿਆ, ਫਸਲ ਬੜੀ ਪਿਆਰੀ ਉਗਣੀ, ਬੱਤਰ ਹੈ ਤੇ ਜਾ ਆਪਾਂ ਕੋਈ ਫਸਲ ਬੀਜ ਗਈ, ਹੁਣ ਮੱਝਾਂ ਚਾਰਨੀਆਂ ਬੰਦ ਕਰ। ਤੇ ਮਹਾਰਾਜ ਕਹਿੰਦੇ 7 ਵਚਨ ਹੈ, 1.25 ਮਣ ਬੀਜ ਦਿੱਤਾ ਮੇਰੇ ਨਾਨਕ ਨੂੰ। ਤੇ ਕਿੱਡੀ ਸੋਹਣੀ ਧਰਤੀ ਤੇ ਕਿੱਦਾਂ ਦਾ ਸਮਾਂ ਹੋਊਗਾ ਜਦੋਂ ਮਹਾਰਾਜ ਨੇ ਜਾ ਕੇ ਬਲਦ ਜੋੜੇ, ਮੀਂਹ ਪਿਆ ਸੀ ਤੇ ਧਰਤੀ ਦੀ ਹਿੱਕ ਦੇ ਵਿੱਚ ਹਲ ਲੱਗਾ ਤੇ ਮਹਾਰਾਜ ਨੇ ਆਖਿਆ ਬੋਲ ਸਤਿ ਕਰਤਾਰ। ਨਾਲ ਨਾਲ ਹਲ ਚੱਲਦਾ ਸੀ ਤੇ ਨਾਲ ਨਾਲ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਮੇਰੇ ਪਾਤਸ਼ਾਹ ਦੀ ਸਿਮਰਨ ਦੀ ਤੁਸੀਂ ਸਵੇਰੇ ਕੋਸ਼ਿਸ਼ ਕਰਿਓ ਨਾ, ਇਹ ਨਾ ਹੱਸਿਓ ਵੀ ਬਾਬਾ ਡਾਕਟਰ ਹੈ। ਜਦੋਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹੁੰਦੇ ਨਾ, ਇਹ ਵੀ ਕਿਸੇ ਮਹਾਂਪੁਰਖ ਤੋਂ ਮੈਨੂੰ ਮਿਲੀ ਕੋਈ ਚੀਜ਼। ਜਦੋਂ ਸਵੇਰੇ ਉੱਠਣਾ ਨਾ, ਅੱਜ ਬਚਨ ਕਰਕੇ ਜਾਇਓ। ਸਵੇਰੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ 1 ਗਲਾਸ ਪਾਣੀ ਲਿਆ ਕਰੋ, ਉਸ ਪਾਣੀ ਦੇ ਗਲਾਸ ਦੀ 1 ਘੁੱਟ ਭਰਿਆ ਕਰੋ ਤੇ ਬੋਲਿਆ ਕਰੋ ਸਤਨਾਮ। ਫਿਰ ਦੂਜੀ ਘੁੱਟ ਤੇ ਇੱਥੇ ਤੇ ਬੋਲ ਦੋ, ਸਵੇਰੇ ਨਾਮ ਬੋਲਿਓ, ਫਿਰ ਬੋਲੋ ਹਾਂਜੀ। ਜਿੰਨਾ ਚਿਰ ਗਲਾਸ ਨਹੀਂ ਮੁੱਕਦਾ ਸਤਨਾਮ ਨਹੀਂ ਮੁੱਕਣਾ ਚਾਹੀਦਾ। ਪੂਰਾ ਗਲਾਸ ਇੱਦਾਂ ਕਰਕੇ ਪੀ ਲਓ ਤੇ 15 ਦਿਨਾਂ ਬਾਅਦ ਮਿਲਿਓ, ਫਿਰ ਗੱਲ ਕਰਾਂਗੇ। ਇੱਥੇ ਰਹਿਣ ਦਿਓ, ਇਸ ਵਿਸ਼ੇ ਨੂੰ ਕਰਕੇ ਦੱਸਣਾ, ਕਰਨਾ ਦਿਲੋਂ ਆ, ਠੀਕ ਹੈ। ਤੇ ਇਸ ਕਰਕੇ ਗੁਰੂ ਨਾਨਕ ਦੀ ਤੁਸੀਂ ਕਥਾ ਵੀਰ ਜੀ ਤੋਂ ਸੁਣੀ। ਮੈਂ ਹੁਣ ਪਹੁੰਚਣਾ ਆਪਣੇ ਵਿਸ਼ੇ ਲਾਗੇ, ਪਰ ਉਹ ਲੜੀ ਨੂੰ ਲਿਆ ਕੇ
ਤੇ ਜਦੋਂ ਬਾਬੇ ਨੇ ਫਿਰ ਸਤਨਾਮ ਕਰਕੇ ਬੀਜ ਆਪਾਂ ਵੀ ਪਾਉਣੇ ਆ, ਪਰ ਸੜੇ ਭੁੱਜੇ ਲੜ ਲੁੜ ਕੇ ਟਰੈਕਟਰ ਚਲਾਉਣੇ, ਉੱਤੇ ਗੰਦੇ ਗੀਤ ਲੱਗੇ ਹੁੰਦੇ, ਗੁਸਤਾਖੀ ਮਾਫ ਕਰਿਓ। ਭੈਣਾਂ ਵੀ ਸਬਜ਼ੀ ਭਾਜੀ ਬਣਾਉਂਦੀਆਂ, ਰੋਟੀ ਸਾਡੀਆਂ ਦਾਦੀਆਂ ਜਿਹੜੀਆਂ ਬੀਬੀਆਂ ਸੀ ਨਾ, ਉਹ ਮੂਲ ਮੰਤਰ ਪੜ੍ਹ ਕੇ ਆਟਾ ਮੁੱਠਾ ਨਾ ਪਾਉਣਾ, ਫਿਰ ਗੁੰਨਣਾ, ਤੇ ਐਵੇਂ ਥੋੜਾ 6 ਫੁੱਟ ਉੱਚੇ ਤੇ 90 ਸਾਲ ਕਹਿੰਦੇ, ਅੱਜ ਤੇ ਹੈਗੇ 5 ਫੁੱਟ ਤੇ ਉਹ ਵੀ ਸ਼ੂਗਰ ਦੇ ਮਾਰੇ ਆ। ਇਹ ਸਾਰਾ ਕੁਝ ਬੜਾ ਜ਼ਰੂਰੀ ਜੇ। ਮੇਰੇ ਬਾਬੇ ਨੇ ਜਦੋਂ ਹਲ ਪਹਿਲਾ ਲਾਇਆ, ਵੇਖੋ ਅੱਜ ਰੱਬ ਹਲ ਵਾਹੁਣ ਲੱਗਾ, ਤੁਹਾਨੂੰ ਕਿਰਤੀ ਬਣਾਉਣ ਲੱਗਾ। ਤੱਤਾ ਤੱਤਾ ਪੈਰ ਪੈਰ ਦੀ ਥਾਂ ਮਾਰੇ, ਕਹਿੰਦੇ ਸਤਨਾਮ ਵਾਹਿਗੁਰੂ ਸਤਨਾਮ। ਬਾਬੇ ਨੇ 1.25 ਮਣ ਬੀਜ ਪਾਤਾ, ਤੇ ਜਦੋਂ ਬੀਜ ਪਾ ਕੇ ਘਰੇ ਆਏ ਤੇ ਤੀਜੇ ਦਿਨ ਮਹਿਤਾ ਕਲਿਆਣ ਦਾਸ ਪਟਵਾਰੀ ਜੀ ਕਹਿੰਦੇ, ਮੈਂ ਗੇੜਾ ਤੇ ਮਾਰਾਂ, ਵੇਖਾਂ ਨਾਨਕ ਨੇ ਕਿੱਦਾਂ ਬੀਜਿਆ। ਤੇ ਜਦੋਂ ਮਹਿਤਾ ਕਲਿਆਣ ਦਾਸ ਜੀ ਵੇਖਣ ਗਏ ਵੀ ਵਧੀਆ ਬੀਜ ਬੀਜਿਆ, ਭਾਈ ਸੰਤੋਖ ਸਿੰਘ ਕਹਿੰਦੇ ਜਦੋਂ ਖੇਤਾਂ 'ਚ ਗਏ, ਇੱਕ ਇੱਕ ਗਿੱਠ ਫਸਲ ਹਰੀ ਹੋਈ ਪਈ। ਬੜੇ ਖੁਸ਼ ਹੋਏ, ਬੜੇ ਖੁਸ਼ ਹੋਏ। ਆ ਕੇ ਨਾਨਕ ਨੂੰ ਗਲ ਵਕੜੀ ਪਾਈ, ਮੱਥਾ ਚੁੰਮਿਆ, ਕਹਿੰਦੇ ਪੁੱਤ ਆਪਣੀ ਤੇ ਫਸਲ ਹੀ ਬੜੀ ਆ, ਦੇ ਤੇ ਬਹੁਤ ਜ਼ਿਆਦੀ ਨਿਕਲ ਆਉਣੀ, ਤੇ ਹੁਣ ਮੇਰਾ ਪੁੱਤ ਤਰੱਕੀ ਕਰੂਗਾ, ਹੁਣ ਆਪਾਂ ਦੁੱਗਣੀ ਪੈਲੀ। ਇੰਨਾ ਕੁ ਖੁਸ਼ ਹੋ ਗਏ, ਕਹਿੰਦੇ ਲੈ ਪੁੱਤ ਐਦਾਂ ਕਮਾਈ ਕਰ, ਤੇਰਾ ਕੱਲੇ ਦਾ ਪਿੰਡ ਵਸਾ ਦੂੰ। ਜਦੋਂ ਇੱਥੋਂ ਕੱਲੇ ਨੂੰ ਲਿਆਂਦਾ, ਫਿਰ ਬਾਬਾ ਗਿਆ। ਬਾਬਾ ਤਾਂ ਸਾਰਿਆਂ ਦਾ ਪਿਆਰ ਵਾਲਾ ਹੈ, ਕੱਲੇ ਕੁੱਲੇ ਦਾ ਨਹੀਂ ਜੇ। ਜਦੋਂ ਕਹਿੰਦੇ ਵੀ ਤੈਨੂੰ ਕੱਲੇ ਨੂੰ ਇੱਕ ਪਿੰਡ ਵਸਾ ਦੇਣਾ, ਇੰਨੀ ਮਿਹਨਤ ਕਰ ਮੇਰਾ ਪੁੱਤ, ਮੈਂ ਬੈਠਾ ਵਾਂ, ਪੈਸੇ ਜਿੰਨੇ ਮਰਜੀ। ਇਹ ਬਾਬਾ ਜੀ ਨੇ ਕੀ ਕੀਤਾ ਵੀ ਫਿਰ ਚੌਥੇ ਦਿਨ ਲੈ ਗਏ ਮੱਝਾਂ ਗਾਵਾਂ ਜੋ ਕੱਟੇ ਬੱਚੇ, ਜਿਹੜੇ ਗਵਾਂਢੀਆਂ ਦੇ ਉਹ ਵੀ ਸਾਰੇ ਨਾਲ ਹੀ ਛੱਡ ਲਏ। ਬਾਕੀ ਜਿਹੜੇ ਜੰਗਲ ਵਿੱਚ ਸੀ, ਕਿਉਂਕਿ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਵੀ ਆਉਂਦਾ ਏ ਵੀ ਭੈ ਦੇ ਵਿੱਚ ਸਾਰੇ ਜੀ ਜੰਤ ਹੈ। ਨਦੀਆਂ ਦਰਿਆ ਮਹਾਰਾਜ ਨੇ ਆਵਾਜ਼ ਮਾਰੀ, ਜੰਗਲ ਵਿੱਚੋਂ ਜਿੰਨੇ ਹਿਰਨ ਸੀ, ਜਿੰਨੇ ਵੀ ਸ਼ਾਕਾਹਾਰੀ ਪਸ਼ੂ ਸੀ, ਸਾਰੇ ਆ ਗਏ। ਆ ਕੇ ਨਮਸਕਾਰਾਂ ਕੀਤੀਆਂ। ਮਹਾਰਾਜ ਕਹਿੰਦੇ ਆ ਜਾਓ, ਅੱਜ ਸੱਦਾ ਦਿੱਤਾ ਤੁਹਾਨੂੰ, ਪਾਲਟੀ ਆ, ਅੱਜ ਸਾਡੇ ਖੇਤਾਂ 'ਚ ਤੁਸੀਂ ਚਰਨਾ ਏ। ਜਿਹੜੇ ਖੇਤ ਸਾਰਿਆਂ ਤੋਂ ਹਰੇ ਭਰੇ ਸੀ, ਬਾਬੇ ਨਾਨਕ ਨੇ ਇੱਕ ਦਿਨ 'ਚ ਹੀ ਥੱਲੇ ਲਾਤੇ, ਕਿਉਂਕਿ ਉਹ ਮਹਿਤਾ ਕਲਿਆਣ ਚੰਦ ਲਾਲਚੀ, ਜਦੋਂ ਲਾਲਚੀ ਹੁੰਦਾ ਉਦੋਂ ਗੁਰੂ ਨਾਨਕ ਪਾਸਾ ਵੱਟ ਜਾਂਦਾ। ਤੁਸੀਂ ਵੀ ਸੱਚਾ ਪਿਆਰ ਕਰਿਓ, ਕਿਸੇ ਨੂੰ ਤੁਹਾਡੀਆਂ ਅਰਦਾਸਾਂ ਪੂਰੀਆਂ ਹੋਣਗੀਆਂ। ਮੈਂ ਹੱਥਾਂ ਤੇ ਸਰੋਂ ਜਮਾਈ ਹੈ, ਕਿਸੇ ਦੀ ਅਰਦਾਸ ਕਰਦੇ ਦਿਲੋਂ, ਵਿੱਚ ਲਾਲਚ ਨਾ ਰੱਖਿਓ, ਪੂਰੀ ਕਰਦਾ ਮਹਾਰਾਜ। ਜਦੋਂ ਪਹਿਲਾਂ ਹੀ ਨੀਤ ਮਾੜੀ ਵੀ ਇਹਦੀ ਅਰਦਾਸ ਪੂਰੀ ਹੋਊ ਤੇ ਮੈਨੂੰ ਕੁਝ ਦੇਣਗੇ, ਉਹ ਨਹੀਂ ਹੋਣੀ, ਇਹ ਗਰੰਟੀ ਜੇ। ਇਹ ਖੇਡਾਂ ਵਰਤਦੀਆਂ ਕਿਤੇ ਕਿਤੇ, ਕਈ ਵਾਰੀ ਆਪਾਂ ਨੂੰ ਲਾਲਚ ਹੁੰਦਾ ਵੀ ਇਹ ਬੜੇ ਵੱਡੇ ਬੰਦੇ, ਇਹਨਾਂ ਦੀ ਅਰਦਾਸ ਹੋਈ ਤੇ ਚੱਲ ਕੁਝ ਨਾ ਕੁਝ, ਹੈ ਨਾ, ਉੱਥੇ ਨਹੀਂ ਹੋਣਾ ਕੁਛ। ਜਦੋਂ ਪਿਆਰ ਸੀ, ਗੁਰੂ ਨਾਨਕ ਦਾ ਖੇਤ ਹਰਿਆ ਸੀ, ਜਦੋਂ ਬਾਪੂ ਨੂੰ ਲਾਲਚ ਆ ਗਿਆ, ਕਹਿੰਦਾ ਪੁੱਤ ਕੱਲਾ ਪਿੰਡ ਹੀ ਵਸਾ ਦੇਣਾ, ਤੇ ਬਾਬੇ ਨੇ ਜਾ ਕੇ ਅਗਲੇ ਦਿਨ ਸਾਰੇ ਦਾ ਸਾਰਾ ਹੀ ਝਾੜਤਾ। ਤੇ ਫਿਰ ਜਦੋਂ ਗੇੜਾ ਮਾਰਨਗੇ, ਕਹਿੰਦੇ 3 ਦਿਨਾਂ 'ਚ ਇੰਨੀ ਹੋ ਗਈ, ਤੇ 6 ਦਿਨ ਹੋ ਚੱਲੇ, ਹੁਣ ਗੇੜਾ ਮਾਰਦਾ ਏ। ਜਦੋਂ ਜਾ ਕੇ ਵੇਖਿਆ ਤੇ ਉਹਦੇ ਵਿੱਚ ਕੱਖ ਨਹੀਂ। ਤੇ ਫਿਰ ਤੁਸੀਂ ਸੁਣਿਆ ਸਿੰਘ ਸਾਹਿਬ ਜੀ ਤੋਂ ਪ੍ਰਸੰਗ ਵੀ ਫਿਰ ਗੁੱਸਾ ਚੜ ਗਿਆ ਮਹਿਤਾ ਕਲਿਆਣ ਚੰਦ ਨੂੰ। ਕਦੇ ਤੇ ਬਾਬੇ ਨਾਨਕ ਨੂੰ ਗਾਲਾਂ ਕੱਢਦਾ ਏ, ਕਦੇ ਪੰਡਤ ਹਰਦਿਆਲ ਦੇ ਦਾਲੇ ਹੋ ਜਾਂਦਾ। ਉਹਦੇ ਘਰ ਵੀ ਗਿਆ, ਜਾ ਕੇ ਕਹਿੰਦਾ ਤੇਰਾ ਕੱਖ ਨਾ ਰਵੇ ਪੰਡਤਾ। ਮਹਾਰਾਜ ਕਹਿੰਦੇ, ਪੰਡਤ ਜੀ ਕਹਿੰਦੇ ਕੀ ਹੋਇਆ? ਕਹਿੰਦੇ ਤੇਰਾ ਬੇੜਾ ਗਰਕ ਹੋ ਜੇ, ਤੂੰ ਤੇ ਕਹਿੰਦਾ ਸੀ ਬਾਬੇ ਦੀ ਪੱਤਰੀ ਵੇਖ ਕੇ ਵੀ ਤੇਰੇ ਨਾਨਕ ਦੇ ਹੱਥਾਂ 'ਚ ਇੰਨਾ ਕੁ ਖਜ਼ਾਨਾ ਆਉਣਾ, ਇੰਨਾ ਕੁ ਆਉਣਾ ਏ। ਕਹਿੰਦਾ ਮੈਨੂੰ ਲੱਗਦਾ ਇਹਨੇ ਜਿਹੜਾ ਮੇਰਾ ਇਕੱਠਾ ਕੀਤਾ ਉਹ ਵੀ ਵੇਚ ਦੇਣਾ, ਇਹ ਤਾਂ ਨੰਗ ਕਰ ਦੂ ਮੈਨੂੰ। ਪਹਿਲਾਂ ਭਾਂਡੇ ਛੱਡ ਕੇ ਆਉਂਦਾ ਸੀ, ਕੱਪੜੇ ਛੱਡ ਕੇ ਆਉਂਦਾ ਸੀ, ਮੈਂ 1.25 ਮਣ ਬੀਜ ਬੜਾ ਮਹਿੰਗਾ ਪਵਾਇਆ ਤੇ ਸਾਰੇ ਦਾ ਸਾਰਾ ਹੀ ਖਵਾਤਾ। ਇਹ ਤਾਂ ਕਵੀ ਰਾਜ ਜੀ ਨੇ ਸਾਰੀ ਕਥਾ ਤੁਸੀਂ ਸੁਣ ਚੁੱਕੇ ਹੋ। ਬਹੁਤ ਜ਼ਿਆਦਾ ਤਲਖੀ ਦੇ ਵਿੱਚ ਆ ਕੇ ਮਹਿਤਾ ਕਲਿਆਣ ਚੰਦ, ਕਿਉਂਕਿ ਜਿਹੜਾ ਲਾਲਚੀ ਬੰਦਾ ਹੁੰਦਾ, ਜਦੋਂ ਘਾਟਾ ਪੈਂਦਾ ਤੇ ਕਈ ਵਾਰੀ ਆਪਣੀ ਘਰ ਵਾਲੀ ਨੂੰ ਵੀ ਚਪੇੜ ਮਾਰ ਦਿੰਦਾ, ਕਈ ਵਾਰੀ ਬੱਚਿਆਂ ਨੂੰ ਵੀ ਠੁੱਡ ਮਾਰ ਦਿੰਦਾ। ਲਾਲਚ ਹੈ ਹੀ ਇੰਨੀ ਭੈੜੀ ਚੀਜ਼, ਬੜੇ ਅਨਮੋਲ ਰਿਸ਼ਤੇ ਟੁੱਟ ਜਾਂਦੇ ਲਾਲਚ ਵਿੱਚ। ਸਕੀ ਮਾਂ ਜਿਹਨੇ ਕਿਤੇ ਢਿੱਡ 'ਚ ਰੱਖਿਆ 9 ਮਹੀਨੇ, ਕਈ ਵਾਰੀ ਵੰਡ ਵੰਡਈਆ ਹੋਵੇ ਨਾ, ਥੋੜ੍ਹਾ ਬਹੁਤ ਘਾਟਾ ਵਾਧਾ ਤੇ ਬੰਦਾ ਮਾਂ ਦੇ ਵਿੱਚ ਚਪੇੜ ਜੜ ਦਿੰਦਾ ਵੀ ਤੁਸੀਂ ਮਰ ਗਏ, ਵੱਡੇ ਨੂੰ ਸਾਰਾ ਕੁਝ ਦਿੱਤਾ, ਮੈਨੂੰ ਇਹ ਹੋ ਜਾਂਦਾ ਜੀ। ਬਾਣੀ ਕਹਿੰਦੀ ਕੁੱਤਾ ਇਹ ਲਾਲਚੀ, ਇਹ ਲਾਲਚ ਏਡੀ ਮਾੜੀ ਚੀਜ਼ ਹੈ, ਬੜੇ ਬੜੇ ਰਿਸ਼ਤੇ ਤੋੜਦਾ ਹੈ। ਤੇ ਬਾਬੇ ਨਾਨਕ ਦੇ ਪਿਆਰ ਦੇ ਵਿੱਚ ਮਹਾਰਾਜ ਨੇ ਸਾਰਾ ਖੇਤ ਜਾੜਤਾ। ਤੇ ਫਿਰ ਮਹਿਤਾ ਕਲਿਆਣ ਚੰਦ ਜੀ ਬੜੇ ਗਰਮ ਹੋਏ, ਬੜਾ ਜ਼ਿਆਦਾ ਝਿੜਕਦੇ। ਕਦੇ ਪੰਡਤ ਹਰਦਿਆਲ ਦੇ ਘਰ ਚਲ ਜਾਂਦੇ ਹੈ, ਕਦੇ ਉਹ ਪਾਂਦੇ ਦੇ ਕੋਲ ਚਲ ਜਾਂਦੇ ਹੈ, ਕਦੇ ਮੁੱਲਾਂ ਦੇ ਕੋਲ ਚਲ ਜਾਂਦੇ। ਜਿੰਨਿਆਂ ਦਾ ਰਿਸ਼ਤਾ ਬਾਬੇ ਦੇ ਨਾਲ
ਜੁੜਿਆ ਸੀ। ਹੁਣ ਤੁਹਾਡਾ ਜਿੰਨਿਆਂ ਦਾ ਜੁੜਿਆ ਹੈ, ਤੇ ਜੇ ਕੋਈ ਭਲਕੇ ਵਾਧਾ ਘਾਟਾ ਹੋਵੇ ਤੇ ਤੁਸੀਂ ਫਿਰ ਇੱਕ ਦੂਜੇ ਨੂੰ ਕਹਿਣਾ ਹੀ ਹੈ, ਕਹਿਣਾ ਬਾਬਾ ਜੀ ਤੁਹਾਡੇ ਨਾਲ ਪਿਆਰ ਕਰਦਾ ਵੇਖਿਆ। ਉਹ ਗੁਰੂ ਨਾਨਕ ਜਿੰਨਿਆਂ ਨਾਲ ਨਾਤਾ ਬਾਬੇ ਦਾ ਸੀ, ਸਾਰਿਆਂ ਨੂੰ ਲਾਮਾ ਮਿਲਦਾ। ਆਖੋ ਸਤਨਾਮ ਸ੍ਰੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਦੀ ਮੂਰਤ ਇੱਕ ਉਸ ਨਗਰ ਦੇ ਵਿੱਚ ਰਹਿ ਰਹੀ ਰੂਹ ਬਾਪੂ ਰਾਏ ਬੁਲਾਰ। ਸਾਰਿਆਂ ਦੇ ਚਿਹਰੇ ਤੇ ਰੌਣਕ ਹੋਵੇ ਨਾ ਹੋਵੇ, ਪਰ ਰਾਏ ਬੁਲਾਰ ਦੇ ਚਿਹਰੇ ਤੇ ਰੌਣਕ ਹੈ। ਜਦੋਂ ਚਲਦੀ ਚਲਦੀ ਗੱਲ ਉਹਦੇ ਤੱਕ ਪਹੁੰਚੀ, ਉੱਥੇ ਵੀ ਮਹਿਤਾ ਕਲਿਆਣ ਚੰਦ ਕਹਿੰਦੇ ਰਾਏ ਬੁਲਾਰ ਤੁਸੀਂ ਸਾਰੇ ਕਹਿੰਦੇ ਮੇਰਾ ਪੁੱਤ ਨਿਰੰਕਾਰੀ ਹੈ, ਮੇਰਾ ਪੁੱਤ ਅਵਤਾਰੀ ਹੈ, ਪਰ ਮੈਨੂੰ ਲੱਗਦਾ ਨਕਮਾ ਹੀ ਹੈ। ਇਹਨੇ ਤੇ ਇੱਕ ਪੈਸੇ ਦਾ ਭਲਾ ਨਹੀਂ ਕੀਤਾ ਹੀ ਤੇ ਨੁਕਸਾਨ ਕਰ ਦਿੰਦਾ ਏ। ਉਹ ਫਿਰ ਹੱਸੀ ਜਾਂਦਾ ਅੱਗੋਂ ਨਿਕਾ ਨਿਕਾ। ਉਹ ਕਹਿੰਦੇ ਤੂੰ ਕੀ ਜਾਣੇ, ਤੂੰ ਕੀ ਜਾਣੇ ਗੁਰੂ ਨਾਨਕ ਦੀ ਰਮਜ ਨੂੰ, ਤੂੰ ਦੁਨਿਆਵੀ ਹੈ, ਉਹ ਰੱਬ ਦਾ ਪਿਆਰਾ ਹੈ। ਕਹਿੰਦੇ ਫਿਰ ਇੱਕ ਦਿਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇਕੱਲੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਨੂੰ ਬੁਲਾਉਣਾ ਛੱਡਤਾ, ਹੱਸਣਾ ਛੱਡਤਾ, ਬਹਿਣਾ ਛੱਡਤਾ, ਸੌਣਾ ਛੱਡਤਾ, ਬਸ ਸਮਾਧੀ ਲੱਗ ਗਈ। ਕਿਸੇ ਵੱਖਰੇ ਆਨੰਦ ਦੇ ਵਿੱਚ ਰਹਿਣ ਲੱਗ ਪਏ ਹਨ। ਇੱਕ ਦਿਨ ਕਹਿੰਦੇ ਮੋਢੇ ਤੇ ਪਰਨਾ ਰੱਖਿਆ ਹੈ, ਛੋਟੇ ਛੋਟੇ ਚਰਨਾਂ ਦੇ ਨਾਲ ਘਰੋਂ ਉੱਠੇ ਨੇ, ਬਾਹਰ ਖੇਤਾਂ ਵੱਲ ਨੂੰ ਤੁਰ ਪਏ ਹਨ। ਕਹਿੰਦੇ ਇੱਕ ਬੜਾ ਸੁੰਦਰ ਦਰਖਤ ਹੈ। ਸਾਧ ਸੰਗਤ ਜੀ ਆਖੋ ਸਤਨਾਮ ਸਤਨਾਮ ਸਤਨਾਮ। ਧੰਨ ਮੇਰੇ ਪਾਤਸ਼ਾਹ ਜੀ ਉਸ ਸੁੰਦਰ ਦਰਖਤ ਦੇ ਵੱਲ ਦ੍ਰਿਸ਼ਟੀ ਕੀਤੀ ਹੈ। ਮਾਨੋ ਉਸ ਦਰਖਤ ਨੇ ਵੀ ਅਰਦਾਸ ਕੀਤੀ ਹੋਵੇ ਕਿ ਸਤਿਗੁਰੂ ਮੇਰੇ ਕੋਲ ਵੀ ਬਹਿ ਜਾਓ, ਕਿਉਂਕਿ ਮਾਰੇ ਨੂੰ ਸਾਰੇ ਪਿਆਰ ਕਰਦੇ। ਗਾਵਣ ਤੁਧਨੋਂ ਪਾਉਣ ਪਾਉਣ ਕਹਿੰਦੇ ਹਵਾ ਨੂੰ, ਪਾਣੀ ਬਸੰਤਰ ਕਹਿੰਦੇ ਅੱਗ ਨੂੰ। ਬਾਬੇ ਨਾਨਕ ਨੂੰ ਸਾਰੇ ਪਿਆਰ ਕਰਦੇ, ਕਿਉਂਕਿ ਆਪਾਂ ਆਪ ਪਿਆਰ ਕਰੀਏ ਤੇ ਐਂ ਲੱਗਦਾ ਸਾਰੇ ਕਰਦੇ। ਜਦੋਂ ਆਪਣੇ ਅੰਦਰ ਨਫ਼ਰਤ ਹੋਵੇ ਫਿਰ ਇੱਦਾਂ ਲੱਗਦਾ ਵੀ ਮੇਰੇ ਸਾਰੇ ਦੁਸ਼ਮਣ ਹੀ ਆ। ਤਾਂ ਹੀ ਮਾਰੇ ਕਹਿੰਦੇ ਜਬ ਤੇ ਸਾਧ ਸੰਗਤ ਮੋਹੇ, ਕਹਿੰਦੇ ਜਿੱਦਣ ਦੀ ਮੈਂ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ ਬਿਸਰ ਗਈ ਸਭ ਤਤ ਪਰਾਈ, ਨਾ ਕੋ ਬੈਰੀ ਨਹੀਂ ਬੇਗਾਨਾ। ਅਸਲ ਸੰਗਤ ਉਹਨਾਂ ਦੀ ਸਫਲ ਹੁੰਦੀ ਜਿਨ੍ਹਾਂ ਦੀ ਵਾਕਿਆ ਇਦਾਂ ਦੀ ਬਿਰਤੀ ਆ ਵੀ ਜਿੱਦਣ ਦੇ ਕਥਾ ਸੁਣਨ ਆਉਣ ਲੱਗ ਪਏ ਕੀਰਤਨ, ਉਦਣ ਦੇ ਸਾਰੇ ਗਿਲੇ ਸ਼ਿਕਵੇ ਮੁੱਕ ਗਏ। ਕੋਈ ਨਹੀਂ ਲੱਗਦਾ ਆ ਵੀ ਮੇਰੀ ਭੈਣ, ਆ ਵੀ ਮੇਰੀ ਧੀ ਆ, ਮੇਰਾ ਸਾਰਾ ਪਰਿਵਾਰ ਹੈ, ਮੇਰੇ ਸਾਰੇ ਆਪਣੇ। ਫਿਰ ਗੰਦਗੀ ਨਿਕਲ ਜਾਂਦੀ। ਫਿਰ ਤੁਸੀਂ ਜਿਹਦੇ ਮਰਜ਼ੀ ਘਰ ਜਾਓ, ਜਿਹਨੂੰ ਮਰਜ਼ੀ ਬੁਲਾਓ, ਚਾਹ ਪਾਣੀ ਪੀਓ, ਫਿਰ ਤੁਹਾਨੂੰ ਕੁਛ ਨਹੀਂ ਹੋਣਾ। ਜਿੰਨਾ ਚਿਰ ਆਪਣੇ ਅੰਦਰ ਗੰਦਗੀ ਉਹ ਫਿਰ ਝਲਕਾਂ ਮਾਰਦੀ ਥੋੜ੍ਹੀ ਥੋੜ੍ਹੀ। ਤੋ ਜਿਹੜਾ ਡਰਦਾ ਪਾਪ ਕਰਨ ਵਾਲਾ, ਦੂਜੇ ਨੂੰ ਕੋਈ ਡਰ ਨਹੀਂ। ਤੋ ਇਸ ਕਰਕੇ ਮਾਰੇ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ। ਕਹਿੰਦੇ ਸਾਰਿਆਂ 'ਚ ਹੀ ਮੈਨੂੰ ਤੇ ਬਾਬਾ ਤੂੰ ਹੀ ਦਿਸਦਾ ਹੈ। ਜਿੱਦਾਂ ਕਬੀਰ ਸਾਹਿਬ ਦੇ ਘਰ ਕੁੱਤਾ ਆਇਆ ਤੇ ਕਹਿੰਦੇ ਲੋਈ ਚੂਰੀ ਕੁੱਟ, ਕਹਿੰਦੀ ਕਬੀਰ ਤੂੰ ਤਾਂ ਸੁੱਕੀ ਰੋਟੀ ਖਾਣਾ। ਕਹਿੰਦੇ ਅੱਜ ਆਪਣੇ ਘਰ ਭਗਵਾਨ ਜੀ ਆਏ। ਉਹ ਕਹਿੰਦੀ ਕਿੱਥੇ ਆਏ? ਕਹਿੰਦੇ ਉਹ ਬਰੂਏ 'ਚ। ਕਹਿੰਦੀ ਉਹ ਤੇ ਗਲਿਆ ਸੜਿਆ ਜਿਹਾ ਕੁੱਤਾ ਏ। ਕਹਿੰਦਾ ਨਾ ਨਾ ਇੱਦਾਂ ਨਾ ਕਹੀਂ, ਮੇਰੀਆਂ ਅੱਖਾਂ ਨਾਲ ਵੇਖ ਮੇਰਾ ਪਿਆਰਾ ਏ। ਤੇ ਮਗਰ ਭੱਜੇ ਫਿਰਨ ਪਿੰਡ ਵਾਲੇ। ਕਹਿੰਦੇ ਕਬੀਰ ਨੂੰ ਕੀ ਹੋ ਗਿਆ? ਕਹਿੰਦੇ ਰੋਟੀ ਲੈ ਕੇ ਮਗਰ ਭੱਜੇ ਫਿਰਨ। ਖਾਲਾ ਖਾਲਾ ਆ ਜਾ ਆ ਜਾ। ਪਿਆਰ ਦੀ ਖੇਡ ਹੁੰਦੀ, ਜਿਹਨੂੰ ਹੋ ਗਿਆ ਸੋ ਹੋ ਗਿਆ। ਉਸ ਦਰਖਤ ਨੇ ਵੀ ਆਖਿਆ ਬਾਬਾ ਲੰਘ ਚੱਲਿਆ ਏ, 2 ਪਲ ਬਹਿ ਜਾ। ਦਰਖਤ ਵੀ ਜੂਨ ਹੈ, 84 ਲੱਖ ਜੂਨਾਂ 'ਚ ਦਰਖਤ ਵੀ ਆਉਂਦੇ ਜੇ। ਤੇ ਬੋੜਾਂ ਦੀ ਉਮਰ ਕਿੰਨੀ ਵੇਖ ਲਓ, ਆਪੇ ਹਿਸਾਬ ਲਾ ਲਓ। ਆਪਾਂ ਕਥਾ ਚੱਲ ਰਹੀ ਸੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ, ਤੇ ਗੁਰੂ ਅਰਜਨ ਸਾਹਿਬ ਜੀ ਦਾ ਕਰਤਾਰਪੁਰ ਵਸਾਇਆ ਨਗਰ ਜਲੰਧਰ ਲਾਗੇ। ਉੱਥੇ ਧੀਰ ਮੱਲੀਆਂ ਦਾ ਵੀ ਸਥਾਨ ਹੈ। ਪਹਿਲਾ ਸਰੂਪ ਵੀ ਉਹਨਾਂ ਨੇ ਦਿੱਤਾ ਨਹੀਂ ਸੀ, ਜਿੱਥੇ ਮਹਾਰਾਜ ਦੇ ਵਾਕ ਹੋ ਗਏ ਸੀ ਵੀ ਜਿਹੜਾ ਸਰੂਪ ਨੂੰ ਪੜੂਗਾ ਅੰਨਾ ਹੋ ਜਾਊਗਾ। ਉੱਥੇ ਇੱਕ ਟਾਹਲੀ ਸੀ, ਆਪਾਂ ਕਥਾ ਤੁਹਾਨੂੰ ਚੇਤਾ ਹੋਣਾ ਜਿਹੜੇ ਬਜ਼ੁਰਗ ਪਹਿਲੋਂ ਤੋਂ ਆਉਂਦੇ ਆ। ਉਹ ਟਾਹਲੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜੀ ਤਕੜੀ ਟਾਹਲੀ 2 ਬੰਦਿਆਂ ਦੇ ਥੱਬੇ 'ਚ ਆਉਂਦੀ ਸੀ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਜਿਆ ਤੇ ਉਹ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਵਰਗੇ ਸਿੱਖ ਵੀ ਟਾਹਲੀ ਲਿਆਓ, ਗੁਰੂ ਘਰ ਵੱਢ ਕੇ ਲੋੜ ਆ। ਉਹ ਜਦੋਂ ਪਾਉਣ ਲੱਗੇ ਨਾ ਆ ਰਹੀ, ਉਹਦੇ ਵਿੱਚੋਂ ਆਵਾਜ਼ ਆਈ, ਕਹਿੰਦੇ ਇੱਥੇ ਪਿਛਾਂ ਹੋ ਜਾਓ। ਬੰਦੇ ਦੇ ਪੁੱਤ ਬਣ ਕੇ ਜੇ ਹੱਥ ਲਾਇਆ ਤੇ ਹਿਸਾਬ ਲਾਇਓ।
ਇਹ ਕਥਾ ਲਿਖੀ ਪਈ ਹੈ ਤੇ ਸੰਗਤ ਡਰ ਗਈ। ਉਹ ਫਿਰ ਵਾਪਸ ਆਏ ਤੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਇਹ ਤੇ ਬੋਲਦਾ ਰੁੱਖ। ਮਹਾਰਾਜ ਕਹਿੰਦੇ ਰੁੱਖ ਨਹੀਂ, ਜਿਹੜਾ ਰੁੱਖ ਦੇ ਵਿੱਚ ਉਹ ਹੈ। ਪਾਤਸ਼ਾਹ ਆਪ ਗਏ ਫਿਰ ਗੁਰੂ ਅਰਜਨ ਸਾਹਿਬ, ਸਭ ਕੁਝ ਹੈਗਾ ਜੇ, ਐਵੇਂ ਨਾ ਭੁਲੇਖੇ ਚ ਰਿਓ, ਪਰ ਤੁਹਾਡੇ ਪਿਓ ਵਰਗਾ ਕੋਈ ਨਹੀਂ ਜੇ। ਇੰਨਾ ਵੀ ਨਾਲ ਮੈਂ ਕਹਿ ਦਿੰਦਾ, ਸਭ ਕੁਝ ਟੂਣਾ ਟਪਾਣਾ ਲੜ ਪੱਲੜ ਜੋ ਹੈਗਾ ਸਭ ਕੁਝ ਹੈ, ਪਰ ਤੁਹਾਡੇ ਪਿਓ ਵਰਗੀ ਪਾਵਰ ਨਹੀਂ ਕਿਸੇ 'ਚ ਵੀ ਇਹਦੇ ਅੱਗੇ ਕੋਈ ਅੜ ਜੇ। ਮਹਾਰਾਜ ਆਪ ਗਏ, ਦੇਗ ਲਈ ਕੜਾਹ ਪ੍ਰਸ਼ਾਦ ਦੀ, ਤੇ ਬਾਪੂ ਨੇ ਜਾ ਕੇ ਆਖਿਆ ਵੀ ਹਾਂ ਭਾਈ ਕੀ ਗੱਲ ਹੈ? ਕਹਿੰਦੇ ਮਹਾਰਾਜ ਇੱਥੇ ਮੇਰੀ ਥਾਂ ਬੜੇ ਚਿਰ ਦੀ ਤੇ ਲੋਕੀ ਮੈਨੂੰ ਮੱਥਾ ਟੇਕਦੇ ਆ, ਮੇਰੀ ਪੂਜਾ ਹੁੰਦੀ ਹੈ, ਜੋ ਵੀ ਕੋਈ ਮੰਗਦਾ ਤੇ ਮੈਨੂੰ ਗਰੀਬ ਨੂੰ ਕਾਹਤੋਂ ਜਾੜਨ ਲੱਗੇ। ਤੇ ਮੇਰੇ ਪਾਤਸ਼ਾਹ ਅੱਗੋਂ ਪਿਆਰ ਦੀ ਮੂਰਤ ਸੀ, ਸ਼ਾਂਤੀ ਦੇ ਸਾਗ। ਗੁਰੂ ਅਰਜਨ ਸਾਹਿਬ ਕਹਿੰਦੇ ਮੱਥਾ ਹੀ ਟਿਕਾਉਣਾ ਤੇ ਗੁਰੂ ਨਾਨਕ ਦੇ ਘਰ ਲੈ ਚੱਲਦੇ ਤੈਨੂੰ। ਕਹਿੰਦੇ ਜੀ ਉੱਥੇ ਕਿੱਦਾਂ? ਮਹਾਰਾਜ ਕਹਿੰਦੇ ਤੂੰ ਆਪਣੀ ਭਾਵਨਾ ਹੀ ਚਾਹਣਾ ਵੀ ਲੋਕੀ ਮੈਨੂੰ ਮੱਥਾ ਟੇਕਣ। ਕਹਿੰਦੇ ਤੈਨੂੰ ਗੁਰੂ ਨਾਨਕ ਦੇ ਘਰ ਲੈ ਜਾਂਦੇ ਤੇ ਉੱਥੇ ਲਾਵਾਂਗੇ, ਪਹਿਲਾਂ ਸਾਡੇ ਤੋਂ ਤੈਨੂੰ ਹੀ ਮੱਥਾ ਟੇਕੂ। ਕਹਿੰਦੇ ਜੀ ਉਹ ਕਿੱਦਾਂ? ਮਹਾਰਾਜ ਕਹਿੰਦੇ ਤੇਰੀ ਲੱਕੜ ਅਸੀਂ ਲਾਉਣੀ ਡਿਉੜੀ 'ਚ। ਆਖੋ ਵੇਖ, ਦਰਸ਼ਨੀ ਡਿਉੜੀ ਦੇ ਵਿੱਚ ਤੇਰਾ ਗੇਟ ਬਣਾਉਣਾ, ਲੱਕੜ ਤੇਰੀ ਉੱਥੇ ਵਰਤਣੀ ਹੈ। ਜਦੋਂ ਮੇਰੀਆਂ ਸੰਗਤਾਂ ਆਉਣਗੀਆਂ ਸਭ ਤੋਂ ਪਹਿਲਾਂ ਡਿਉੜੀ ਨੂੰ ਹੱਥ ਲਾ ਕੇ ਇੱਦਾਂ ਕਰੀਦਾ, ਬਾਅਦ ਚ ਅੰਦਰ ਆਈਦਾ। ਕਹਿੰਦੇ ਮਹਾਰਾਜ ਤੂੰ ਧੰਨ ਹੈ ਪਾਤਸ਼ਾਹ। ਕਹਿੰਦੇ ਹੁਣ ਰੁੱਖਾਂ 'ਚ ਹੀ ਰਹਿਣਾ, ਆ ਚੱਲੀਏ ਉੱਥੇ ਗੁਰੂ ਨਾਨਕ ਦੀ ਅਰਦਲ ਤੇ ਚੱਲ, ਤੇਰੀ ਮੁਕਤੀ ਕਰਦਾ। ਜਿਹਨੂੰ ਗੁਰਬਾਣੀ ਕਹਿੰਦੀ ਪਸ਼ੂ ਪ੍ਰੇਤ ਓਏ ਬਾਪੂ ਤੇ ਟਾਹਲੀਆਂ 'ਚ ਬੜੇ ਪ੍ਰੇਤਾਂ ਨੂੰ ਤਾਰ ਦੂ ਤੇ ਸਾਨੂੰ ਨਾ ਤਾਰੂ। ਜਿਹੜੇ ਰੋਜ਼ ਤੁਸੀਂ ਮੀਂਹ ਪਿਆ ਕਿੰਨਾ ਪਿਆਰ ਕਰਦੇ ਹੋ, ਸਾਧ ਸੰਗਤ ਜੀ ਮੁੱਲ ਪੈਣਾ ਤੁਹਾਡਾ। ਜਿੱਦਾਂ ਮਹਾਂਪੁਰਖ ਕਹਿੰਦੇ ਇੱਕ ਮੱਖੀ ਸ਼ਹਿਦ ਵਾਲੀ ਛਾਬੇ ਤੇ ਬੈਠੀ ਹਲਵਾਈ ਦੇ, ਕੋਈ ਮੁੱਲ ਨਹੀਂ ਪਿਆ। ਉਹੀ ਮੱਖੀ ਸਬਜ਼ੀ ਵੇਚਣ ਵਾਲੇ ਦੇ ਛਾਬੇ ਤੇ ਬੈਠੀ, ਕੋਈ ਮੁੱਲ ਨਹੀਂ ਪਿਆ। ਧਿਆਨ ਦਿਓ, ਗੱਲ ਬੜੀ ਪਿਆਰੀ ਜੀ। ਉਹੀ ਮੱਖੀ ਫਰੂਟ ਵੇਚਣ ਵਾਲੇ ਦੇ ਛਾਬੇ ਤੇ ਬੈਠੀ, ਕੋਈ ਮੁੱਲ ਨਹੀਂ ਪਿਆ। ਉਹ ਮੱਖੀ ਫਿਰ ਸੁਨਿਆਰੇ ਦੇ ਛਾਬੇ ਤੇ ਬੈਠੀ, 5000 ਮੁੱਲ ਪੈ ਗਿਆ। ਮੱਖੀ ਉਹ ਹੀ ਹੈ, ਛਾਬਿਆਂ ਦਾ ਫਰਕ ਹੈ। ਸਿੱਖਾ ਬੰਦੇ ਕੋ ਬਵੇਂਗਾ, ਕਬਰ ਤੇ ਬਵੇਂਗਾ, ਸਿਆਣੇ ਕੋ ਬਵੇਂਗਾ, ਰਿਸ਼ਤੇਦਾਰਾਂ ਕੋ ਬਵੇਂਗਾ, ਤੇਰਾ ਕੋਈ ਮੁੱਲ ਨਹੀਂ ਪੈਣਾ। ਜਾ ਕਿਤੇ ਗੁਰੂ ਨਾਨਕ ਦੀ ਸੰਗਤ ਵਿੱਚ ਬਹਿ ਕੇ ਵੇਖੀ, ਤੇਰਾ ਮੁੱਲ ਪੈ ਜਾਊਗਾ। ਸਾਧ ਸੰਗਤ ਮੱਖੀ ਉਹੀ ਹੈ, ਪਰ ਸੁਨਿਆਰੇ ਦੇ ਛਾਬੇ ਤੇ ਗ੍ਰਾਮਾਂ ਦੇ ਨਾਲ ਸਟੰਕਾਂ ਦੇ ਨਾਲ ਸੋਨਾ ਤੋਲਦੇ ਸੁਨਿਆਰੇ। ਉਹ ਜਦੋਂ ਐਡੀ ਸਾਰੀ ਮੱਖੀ ਹੁੰਦੀ ਸ਼ਹਿਦ ਵਾਲੀ, ਜਦੋਂ ਬਹਿ ਗਈ ਤੇ ਉਹ ਕਿੰਨਾ ਹੀ ਫਰਕ ਪਾ ਗਈ। ਤੇ ਇਸ ਕਰਕੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਸੁਨਿਆਰੇ ਹੈ, ਸੰਗਤ ਮਹਾਰਾਜ ਦਾ ਛਾਬਾ, ਇਹਦੇ ਵਿੱਚ ਆਪਾਂ ਰੋਜ਼ ਬਹਿਨੇ, ਇੱਥੇ ਮੁੱਲ ਪੈਂਦਾ ਹੈ। ਜਬ ਦਿਨ ਕੇ ਜੁਗ ਜਾਮ ਬਿਤਾਏ, ਦੁਖ ਮੋਚਨ ਲੋਚਨ ਅਲਸਾਏ। ਕਹਿੰਦੇ ਮਹਾਰਾਜ ਉਸ ਦਰਖਤ ਦੇ ਥੱਲੇ ਬੈਠ ਗਏ ਨੇ। ਜਦੋਂ ਬੈਠ ਗਏ ਤੇ ਨੇਤਰ ਬੰਦ ਕੀਤੇ ਹਨ। ਸੁੰਦਰ ਵਸਤਰ ਵਿਛਾਏ ਵਿਛੋਨਾ, ਪੌੜੇ ਪੁਨ ਅਨ ਕੰਪਾ ਪਾਉਣਾ। ਕਹਿੰਦੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੂੰ ਫੁੱਲਾਂ ਦੀ ਵਰਖਾ ਦਰਖਤ ਨੇ ਕੀਤੀ ਹੈ, ਪੱਤਿਆਂ ਨੇ ਖੜ ਖੜ ਕਰਕੇ ਭਾਵ ਮਹਾਰਾਜ ਦਾ ਸ਼ੁਕਰਾਨਾ ਕੀਤਾ ਹੈ, ਸੇਵਾ ਕੀਤੀ ਹੈ। ਗਾਵਣ ਤੁਧ ਨੂੰ ਪਾਉਣ ਪਾਣੀ ਗਾਵੇ ਰਾਜਾ। ਕਹਿੰਦੇ ਸਾਰੇ ਗਾਉਂਦੇ, ਪਰ ਬੰਦਿਆ ਤੂੰ ਕਾਤੋਂ ਨਹੀਂ ਗਾਉਂਦਾ? ਤੇਰੇ ਕੰਮ ਹੀ ਨਹੀਂ ਮੁੱਕਦੇ, ਘਰ ਦੇ ਆ ਜਿਆ ਕਰ ਤੂੰ ਵੀ ਭਾਈ। ਤੋਏ ਮੂਰਤ ਜਬੈ ਬਿਤਾਵਾ, ਚਲ ਬੁਲਾਰ ਤੇ ਮਾਰ ਗਿਆਵਾ। ਆਹਾ, ਕਿਤੇ ਪਿਆਰ ਕਰੀਏ ਸੱਚਾ ਤੇ ਰੱਬ ਇੱਥੇ ਹੀ ਆ। ਕਈ ਵਾਰੀ ਆਪਾਂ ਕਹਿੰਦੇ ਨਾ ਮੈਂ ਹੁਣੇ ਤੈਨੂੰ ਯਾਦ ਕੀਤਾ ਸੀ, ਤੂੰ ਸੱਚੀ ਆ ਗਿਆ। ਇਹ ਸੱਚ ਹੁੰਦੀ ਗੱਲ। ਦਿਲੋਂ ਕਿਸੇ ਨੂੰ ਮੁਹੱਬਤ ਕਰੋ, ਜੇ ਕਰਨੀ ਨਹੀਂ ਤੇ ਵਿਖਾਵਾ ਨਾ ਕਰਿਓ। ਜਵਾਬ ਦੇ ਦਿਓ ਅਗਲੇ ਨੂੰ, ਕਹੇ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ। ਜੇ ਰੱਖਣਾ ਤੇ ਦਿਲੋਂ ਸੀਸ ਦਿਓ। ਸਾਧ ਸੰਗਤ ਜੀ ਅੱਜ ਵੀ ਕਈ ਰੂਹਾਂ ਦਿਲੋਂ ਸੀਸ। ਦਿਲੋਂ ਪਤਾ ਕੀ ਹੁੰਦਾ ਵੀ ਕਿਸੇ ਲਈ ਇਕੱਲੇ ਬਹਿ ਕੇ ਰਾਤ ਨੂੰ 25-30 ਜਪਜੀ ਸਾਹਿਬ, 25-30 ਚੌਪਈ ਸਾਹਿਬ ਵੀ ਸਤਿਗੁਰੂ ਇਹ ਮੇਰਾ ਪਿਆਰਾ ਹੈ ਤੇ ਇਹਦੀ ਲਾਜ ਰੱਖਣੀ। ਦੱਸੀ ਦਾ ਥੋੜ੍ਹਾ ਹੁੰਦਾ ਹੈ, ਇਹ ਆਪਾਂ ਤੇ ਪਹਿਲਾਂ ਦੱਸੀ ਦਾ ਮੈਂ ਤੇਰੀਆਂ ਅਰਦਾਸਾਂ ਕੀਤੀਆਂ, ਮੈਂ ਤੇਰੀਆਂ ਸੁੱਖਣਾ ਸੁੱਖੀਆਂ। ਨਹੀਂ ਨਹੀਂ, ਜਿਨ ਹਰ ਪਾਇਆ
ਸਭ ਤੋਂ ਵੱਧ ਗੁਰੂ ਨਾਨਕ ਵਾਸਤੇ ਜਾਪ ਪਤਾ ਕਿੰਨੇ ਕੀਤਾ? ਬੇਬੇ ਨਾਨਕੀ। ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਕਰੇ, ਮੈਂ 10 ਸਾਲਾਂ ਬਾਅਦ, ਆ 2 ਦਿਨ ਠੀਕ ਨਹੀਂ ਸੀ, 10 ਸਾਲਾਂ ਬਾਅਦ ਬੇਬੇ ਨਾਨਕੀ ਦਾ ਘਰ ਵੇਖ ਕੇ ਆਇਆ ਕੱਲ। ਸੁਲਤਾਨਪੁਰ ਚ ਰਹਿੰਦੇ, ਕਿੰਨੀ ਦੂਰ ਤੱਕ ਜਾਏ, ਬੇਬੇ ਦਾ ਘਰ ਨਹੀਂ ਵੇਖਿਆ। ਆ ਜਿਹੜਾ ਬਾਰ-ਬਾਰ ਗੁਰੂ ਘਰ, ਉਹ ਟਰਸਟ ਹੈ ਨਾ ਸੜਕ ਦੇ ਉੱਤੇ, ਬਹੁਤਿਆਂ ਨੂੰ ਭੁਲੇਖਾ ਵਾ, ਅਸਲ ਘਰ ਬਾਜ਼ਾਰ 'ਚ ਹੈ। ਉੱਥੇ ਜਾ ਕੇ ਕਿਆ ਆਨੰਦ ਆਇਆ। ਬਾਬਾ ਜੀ ਹੁਣਾਂ ਕੋ ਸੇਵਾ, ਮਹਾਂਪੁਰਖ ਬਾਬਾ ਜੱਗਾ ਸਿੰਘ ਜੀ, ਉੱਥੇ ਖੂਹ ਹੈ ਮਾਂ ਦਾ, ਉੱਥੇ ਪ੍ਰਕਾਸ਼ ਹੈ ਜਿੱਥੇ ਮਾਂ ਬਹਿ ਕੇ ਰੋਟੀਆਂ ਪਕਾ ਕੇ ਕਹਿੰਦੀ ਸੀ ਆ ਜਾ ਬਾਬਾ। ਤੋ ਇਸ ਕਰਕੇ ਉਹ ਮਹਾਂਪੁਰਖ ਉੱਥੇ ਜਿਹੜੇ ਬੈਠੇ ਕਹਿੰਦੇ ਬਾਬਾ ਜੀ ਇੱਥੇ ਸੰਗਤ ਬਹੁਤ ਹੀ ਘੱਟ ਹੈ ਤੇ ਕਿਤੇ ਦੱਸਿਆ ਕਰੋ ਤੁਸੀਂ। ਉਹਨਾਂ ਮੈਨੂੰ ਸੇਵਾ ਲਾਈ ਸੀ ਕੱਲ, ਮੈਂ ਕਿਹਾ ਮੈਂ ਜ਼ਰੂਰ ਜ਼ਿਕਰ ਕਰੂੰ। ਇੱਥੋਂ ਤੱਕ ਵੀ ਕਿਸੇ ਦਿਨ ਸਮਾਂ ਬਣਿਆ ਤੇ ਸੰਗਤ ਜਾ ਕੇ ਆਪਾਂ ਦਰਸ਼ਨ ਹੀ ਕਰ ਆਵਾਂਗੇ। ਹਾਂਜੀ, ਨਾਲੇ ਸਤਨਾਮ ਜਾ ਪਾਵਾਂਗੇ ਝੱਟ। ਤੇ ਪਿਆਰ ਇੱਥੇ ਹੈ, ਕੁਛ ਨਹੀਂ ਹੈ। ਤੋ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ, ਮੇਰੇ ਗੁਰੂ ਨਾਨਕ ਸਾਹਿਬ ਦੀ ਸਮਾਧੀ ਲੱਗੀ ਦਰਖਤ ਦੇ ਥੱਲੇ, ਤੇ ਉਧਰੋਂ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਚੰਗੇ ਭਾਗ। ਕਹਿੰਦੇ 4 ਘੜੀਆਂ ਬੀਤੀਆਂ ਤੇ ਉਧਰੋਂ ਰਾਏ ਬੁਲਾਰ ਜੀ ਫੇਰ ਘੋੜੇ ਤੇ ਚੜੇ ਆ ਰਹੇ ਹਨ। ਇੱਕ ਅਚੰਭੋ ਮਨ ਬਿਸਮਨ, ਸ਼ੂਰਬਹੀਨ ਪਇਓ ਠਹਿਰਾਨ। ਔਰ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਦੀ ਸਮਾਧੀ ਲੱਗੀ ਦੇਖੀ ਹੈ, ਰਾਏ ਬੁਲਾਰ ਦਾ ਤੇ ਆਪਣਾ ਅੰਦਰ ਖਿੜ ਗਿਆ। ਘੋੜੇ ਦੇ ਪੈੜ ਰੁਕ ਗਏ, ਨੇਤਰ ਉੱਥੇ ਹੀ ਖੁੱਲੇ ਰਹਿ ਗਏ, ਅੰਦਰ ਜਿਵੇਂ ਸ਼ਾਂਤ ਹੋ ਜਾਂਦਾ ਏ, ਸੁਧ ਬੋਧੀ ਵਿਸਰ ਗਈ। ਸੰਗੀ ਸੋ ਬਚਨ ਅਲਾਵਾ, ਦੇਖੋ ਅਚਰਜ ਹੋ ਸੁਹਾਵਾ। ਤੇ ਕਹਿੰਦੇ ਇੰਨਾ ਕੁ ਪਿਆਰ ਚ ਪਾਗਲ ਹੋ ਗਿਆ ਰਾਏ ਬੁਲਾਰ, ਆਪਣੇ ਨੌਕਰ ਨੂੰ ਕਹਿੰਦਾ ਮੇਰੀਆਂ ਅੱਖਾਂ ਭੁਲੇਖਾ ਨਾ ਖਾਣ, ਇਹ ਮੇਰਾ ਨਾਨਕ ਹੀ ਆ ਨਾ, ਮੇਰਾ ਕਿਆ ਕਰੋ। ਆਪਾਂ ਨਹੀਂ ਕਹਿੰਦੇ, ਬਾਣੀ ਕਹਿੰਦੀ ਸਭ ਕੁਛ ਆਪਣਾ, ਮੇਰੀ ਮਾਂ, ਮੇਰੀ ਘਰ ਵਾਲੀ, ਮੇਰੇ ਬੱਚੇ, ਮੇਰੀ ਜ਼ਮੀਨ, ਮੇਰੀ ਕੋਠੀ, ਮੇਰੀ ਮਾਸੀ, ਮੇਰੇ। ਕਦੇ ਤੁਸੀਂ ਕਿਹਾ ਮੇਰਾ ਗੁਰੂ ਅਰਜਨ ਦੇਵ ਮਾਂ? ਕਿਹਾ ਕਦੀ? ਸੱਚ ਦੱਸਿਓ ਇਮਾਨਦਾਰੀ ਨਾਲ, ਜੇ ਕੋਈ ਪੁੱਛੇ ਕਿੱਥੇ ਚੱਲੇ, ਭੇਜ ਕੇ ਆਖਿਆ ਕਰੋ ਮੇਰਾ ਗੁਰੂ ਅਰਜਨ ਸਾਹਿਬ ਆਵਾਜ਼ਾਂ ਮਾਰਦਾ, ਟਾਈਮ ਹੋ ਗਿਆ ਮੈਂ ਚੱਲਿਆ। ਵੇਖਿਓ ਫਿਰ ਜ਼ਿੰਦਗੀ ਜੀਣ ਦਾ ਨਜ਼ਾਰਾ, ਉਹਦੇ ਹੋ ਕੇ ਤੇ ਵੇਖੋ। ਆਪਾਂ ਬਾਣੀ ਦੀ ਪੰਕਤੀ ਕਹਿੰਦੀ ਵੀ ਸਾਰਾ ਕੁਝ ਕਹੀ ਜਾਂਦਾ ਮੇਰਾ ਮੇਰਾ ਮੇਰਾ, ਮਹਾਰਾਜ ਕਹਿੰਦੇ ਕਿ ਤੇ ਮੈਨੂੰ ਵੀ ਕਹਿ ਦਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨੇ ਤੇ ਰਾਏ ਬੁਲਾਰ ਆਪਣੇ ਨੌਕਰ ਨੂੰ ਕਹਿੰਦਾ, ਪੁੱਤ ਜੇ ਮੇਰੀਆਂ ਅੱਖਾਂ ਧੋਖਾ ਨਾ ਖਾਣੇ, ਮੇਰਾ ਨਾਨਕ ਹੀ ਹੈ। ਮੇਰਾ ਸ਼ਬਦ ਜਦੋਂ ਆਇਆ ਤੇ ਹੋਰ ਆਨੰਦ ਬਣ ਗਿਆ। ਸੁੰਦਰ ਸੁਖ ਮੰਦਰ ਸੁਧ ਕਾਲੂ, ਸੋਇਓ ਅਜਮਤ ਜਾਤ ਵਿਸਾਲੂ। ਕਹਿੰਦੇ ਨੌਕਰ ਵੀ ਧੰਨ ਹੋਇਆ, ਕਹਿੰਦੇ ਰਾਏ ਜੀ ਭੁਲੇਖਾ ਨਹੀਂ ਖਾਂਦੀਆਂ ਅੱਖਾਂ, ਇਹ ਸੱਚੀ ਆਪਣਾ ਨਾਨਕ ਹੀ ਹੈ, ਇਹ ਤੁਹਾਡਾ ਹੀ ਨਾਨਕ ਹੈ, ਸੋਭਾ ਪਾ ਰਿਹਾ ਹੈ। ਸਭ ਬਾਦ ਪਰਛਾਵਾਂ, ਨਹੀਂ ਤਰਿਓ ਜੈ ਨ ਸੁਖ ਪਾਵਾ। ਤੇ ਜਿਹੜਾ ਪਿਆਰ ਕਰੇ ਨਾ ਕਿਸੇ ਨੂੰ, ਉਹਨੂੰ ਉਹਦੀ ਕੱਲੀ ਕੱਲੀ ਪਸੰਦ ਪਤਾ ਹੁੰਦੀ। ਤੁਹਾਨੂੰ ਪਤਾ, ਮਾਂ ਨੂੰ ਬੱਚੇ ਦਾ ਪਤਾ ਹੁੰਦਾ ਇਹਨੇ ਕੀ ਖਾਣਾ, ਕੀ ਪਾਉਣਾ, ਕਿੱਥੇ ਸੌਣਾ। ਤੋ ਸਾਧ ਸੰਗਤ ਜੀ, ਕਰਮਾਂ ਵਾਲਿਓ, ਰਾਏ ਬੁਲਾਰ ਦੀ ਨੇਤਰ ਕਿੱਥੇ ਗਏ? ਕਿਉਂਕਿ ਆਮ ਬੰਦਿਆਂ ਨੂੰ ਮੱਥਾ ਟੇਕੀਏ ਤੇ ਆਪਾਂ ਨੂੰ ਕਈ ਗੱਲਾਂ ਨਹੀਂ ਸਮਝ ਆਉਂਦੀਆਂ, ਪਰ ਉਹਨੇ ਗੁੱਟ ਪਕੜ ਕੇ ਆਪਣੇ ਨੌਕਰ ਦਾ ਆਖਿਆ, ਕਹਿੰਦੇ ਕੁਛ ਵੇਖਿਆ ਹੀ? ਕਹਿੰਦੇ ਰਾਏ ਜੀ ਮੈਂ ਇੱਕ ਚੀਜ਼ ਵੇਖੀ, ਵੀ ਤੁਹਾਡੀਆਂ ਅੱਖਾਂ 'ਚ ਪਾਣੀ ਕਿਉਂ ਆ ਗਿਆ, ਤੁਸੀਂ ਰੋਏ ਕਾਤੋਂ? ਰਾਏ ਬੁਲਾਰ ਕਹਿੰਦੇ ਫਿਰ ਇਹਦਾ ਮਤਲਬ ਜੋ ਮੈਂ ਵੇਖਿਆ ਤੂੰ ਨਹੀਂ ਵੇਖਿਆ। ਕਹਿੰਦੇ ਤੁਸੀਂ ਕੀ ਵੇਖ ਲਿਆ? ਤੁਸੀਂ ਵੀ ਨਾਨਕ ਨੂੰ ਵੇਖਿਆ ਤੇ ਮੈਂ ਵੀ ਨਾਨਕ ਨੂੰ ਵੇਖਿਆ। ਕਹਿੰਦੇ ਭਲਿਆ ਨਾਨਕ ਨੂੰ ਤੇ ਵੇਖਿਆ ਹੀ ਵੇਖਿਆ, ਇੱਕ ਹੋਰ ਚੀਜ਼ ਵੇਖ। ਕਹਿੰਦੇ ਕੀ? ਕਹਿਣ ਲੱਗੇ ਸੁੰਦਰ ਸੁਖ ਮੰਦਰ ਸੁਤ ਕਾਲੂ, ਸੋਇਓ ਅਜਮਤ ਜਾਸ ਵਿਸਾਲੂ। ਕਹਿੰਦੇ ਹੈਰਾਨੀ ਕਰ ਦੇਣ ਵਾਲੀ ਇਹ ਗੱਲ ਹੈ। ਆਪਣੇ ਨੌਕਰ ਨੂੰ ਕਹਿੰਦਾ, ਪੁੱਤ ਧਿਆਨ ਨਾਲ ਵੇਖ, ਸਾਰੇ ਦਰਖਤਾਂ ਦੀ ਛਾਂ ਘੁੰਮ ਗਈ ਹੈ, ਜਿਹੜੇ ਦਰਖਤ ਥੱਲੇ ਨਾਨਕ ਹੈ ਉਹਦੀ ਛਾਂ ਉੱਥੇ ਹੀ ਡਿੱਗੀ ਹੈ। ਇੱਥੋਂ ਸ਼ੁਰੂ ਮੈਂ ਤਾਂ ਕੀਤਾ ਸੀ ਵੀ ਉਸ ਦਰਖਤ ਨੇ ਆਵਾਜ਼ ਮਾਰੀ, ਬਾਬਾ ਲੰਘ ਚੱਲਿਆ ਕਿਤੇ ਆ ਜਾ ਮੇਰੇ ਕੋ। ਤੇ ਜੇ ਆਵਾਜ਼ ਮਾਰੀ ਸੀ ਤੇ ਆਵਾਜ਼ ਮਾਰ ਕੇ ਆਪਣਾ ਬਣਾ ਕੇ ਫਿਰ ਭੇਟਾ ਵੀ ਦਿੱਤੀ ਵੀ ਸੂਰਜ ਜਦੋਂ ਘੁੰਮਦਾ ਤੇ ਛਾਂ
ਜਿਹਨੂੰ ਸੁਖਮਣੀ ਸਾਹਿਬ ਚ ਮਾਰੇ ਕਹਿੰਦੇ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ। ਕਹਿੰਦੇ ਰੁੱਖ ਦੀ ਛਾਂ ਨੂੰ ਕੋਈ ਪਕੜ ਨਹੀਂ ਸਕਦਾ, ਇਦਾਂ ਹੀ ਆਪਣੀ ਉਮਰ ਨੂੰ ਕੋਈ ਪਕੜ ਨਹੀਂ ਸਕਦਾ, ਪਰਿਵਾਰ ਨੂੰ ਕੋਈ ਪਕੜ ਨਹੀਂ ਸਕਦਾ। ਬਟਾਊ ਸਿਉ ਜੋ ਲਾਵੇ ਨੇਹ ਜਿੰਨੇ ਵੀ ਮਾਂ ਨੂੰ, ਘਰ ਵਾਲੀ, ਬੱਚਿਆਂ ਨੂੰ ਜੱਫੀਆਂ ਪਾਈਆਂ, ਪਿਆਰ ਕੀਤਾ, ਇਹਨਾਂ ਨੇ ਹੱਥ ਥੋੜਾ ਹੋਣਾ, ਇਹਨਾਂ ਇੱਕ ਦਿਨ ਨਿਕਲ ਜਾਣਾ ਵਾਰੀ ਵਾਰੀ। ਇਸ ਕਰਕੇ ਮਾਰੀ ਕਹਿੰਦੇ ਬਟਾਊ ਸਿਉ ਜੋ ਲਾਵੇ ਨੇ ਤਾਂ ਕੋ ਹੱਥ ਨਾ, ਆਵੇ ਕੇ ਹੱਥ 'ਚ ਕੁਛ ਨਹੀਂ ਰਹਿ ਜਾਣਾ ਤੇਰੇ। ਆ ਸੰਗਤ ਕਰਿਆ ਕਰ, ਆਇਆ ਕਰ, ਸੇਵਾ ਕਰਿਆ ਕਰ, ਇਹਨਾਂ ਤੇ ਤੇਰੇ ਹੱਥਾਂ 'ਚ ਪਾਏ ਵੀ ਲਾ ਲੈਣੇ ਆ ਛਾਪਾਂ ਛੂਪਾਂ ਜੀਆਂ ਪਹਿਲੋਂ ਲਾਉਣੀਆਂ, ਨਵਾਉਣ ਲੱਗਿਆਂ ਵੀ ਕਿਤੇ ਨਾਲ ਨਾ ਲੈ ਜੇ ਬੀਬੀ, ਹੈ ਨਾ। ਤੋ ਇਸ ਕਰਕੇ ਰਾਏ ਬੜਾ ਰੁਚੀ ਉੱਚੀ ਵਿਰਾਗ ਕਰਦਾ, ਕਹਿੰਦਾ ਭਲਿਆ ਤੂੰ ਅੱਖਾਂ ਵੇਖ ਸਾਰੀਆਂ ਛਾਵਾਂ ਘੁੰਮ ਗਈਆਂ, ਪਰ ਜਿੱਥੇ ਮੇਰਾ ਬਾਬਾ ਬੈਠਾ ਉਹ ਛਾਇਆ ਉਸੇ ਤਰ੍ਹਾਂ ਹੈ। ਨਿਸਚੇ ਕਲਾਵਾਨ ਅਵਤਾਰਾ ਰਹਿਤ ਦੁਰਾਏ ਅਨਪ ਸਾਰਾ। ਹੱਥ ਜੁੜ ਗਏ, ਤੁਸੀਂ ਵੀ ਜੋੜੋ, ਸਾਰੀ ਸੰਗਤ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਰਾਏ ਬੁਲਾਰ ਕਹਿੰਦਾ ਇਹ ਕੋਈ ਰੱਬ ਹੈ, ਇਹ ਕੋਈ ਅਵਤਾਰ ਹੈ, ਆਪਣੀ ਕਲਾ ਛਪਾ ਲੈਂਦਾ ਹੈ। ਪਾਵਕ ਬੀਜ ਭਸਮ ਕੇ ਜੈਸੇ ਤੇਜ ਨ ਲਖਿਓ ਪਰਤ ਹੈ ਕੈਸੇ। ਕਹਿੰਦੇ ਹਨ ਕਿ ਜਿੱਦਾਂ ਸਵਾਹ ਜਿਹੜੀ ਹੈ ਨਾ, ਪੁਰਾਣੀਆਂ ਬੀਬੀਆਂ ਚੁੱਲ੍ਹੇ 'ਚ ਰੱਖਦੀਆਂ ਸੀ, ਸਵਾਹ ਦੇ ਵਿੱਚ ਅੱਗ ਦੱਬ ਲੈਂਦੀਆਂ ਸੀ। ਇਹ ਮੈਂ ਵੀ ਆਪਦੀ ਦਾਦੀ ਕੋ ਦੇਖੀ ਚੀਜ਼, ਕਿਉਂਕਿ ਪੁਰਾਣੇ ਲੋਕੀ ਬੜੇ ਸਿਆਣੇ ਸੀ, ਕਹਿਣਾ ਡੱਬੀ ਬਚੂਗੀ, ਰਾਤ ਨੂੰ ਚੁੱਲ੍ਹੇ 'ਚ ਅੱਗ ਦੱਬ ਲੈਣੀ, ਸਵੇਰੇ ਕੱਢ ਕੇ ਤੇ ਉੱਥੋਂ ਬਾਲਣੀ। ਇਹ ਤੀਲ ਨਹੀਂ ਸੀ ਬਾਲਦੇ। ਹੁਣ ਤੇ ਕਰਮਾਂ ਵਾਲੇ ਤੇ ਘਰ ਨੂੰ ਅੱਗ ਲਾਈ ਫਿਰਦੇ, ਆਖੋ ਸਤਨਾਮ। ਪਹਿਲੇ ਬਚਾਅ ਕਰਦੇ ਸੀ, ਹੁਣ ਕਿੱਥੇ, ਹੁਣ ਤੇ ਪਾਣੀ ਚੱਲਣ ਦੀ ਗਲੀ ਸਾਰੀ ਪਾਣੀ ਨਾਲ ਭਰ ਗਈ। ਕੋਈ ਆ ਕੇ ਕਹਿੰਦਾ ਭੈਣ ਜੀ ਤੁਹਾਡੀ ਟੈਂਕੀ ਚੱਲਦੀ, ਕਹਿੰਦੇ ਤੇਰਾ ਢਿੱਡ ਪੀੜ ਹੁੰਦਾ, ਟੈਂਕੀ ਸਾਡੀ ਅਸੀਂ ਬੰਦ ਕਰੀ, ਐਦਾਂ ਘੁੰਦੇ ਹੀ ਅੱਗੋਂ। ਕੋਈ ਕਹਿੰਦਾ ਦਿਨ ਚੜਿਆ ਲਾਈਟਾਂ ਜਗੰਦੀਆਂ ਬੁਝਾ ਦਿਓ, ਕਹਿੰਦੇ ਬਿੱਲ ਸਾਨੂੰ ਆਉਣਾ ਕਿ ਤੁਹਾਨੂੰ ਆਉਣਾ, ਕੋਈ ਭਲਾ ਹੈਗਾ, ਵਾਹ ਹੈਗੀ ਕੋਈ। ਤੋ ਮਹਾਰਾਜ ਕਹਿੰਦੇ ਰਾਏ ਬੁਲਾਰ ਜੀ ਕਹਿੰਦੇ ਜਿੱਦਾਂ ਸਵਾਹ ਦੇ ਵਿੱਚ ਅੱਗ ਢੱਕੀ ਹੋਵੇ ਤੇ ਲੋਕਾਂ ਨੂੰ ਸਵਾਹ ਹੀ ਦੀਦੀ ਹੈ, ਅੱਗ ਤੇ ਜਿੰਨੇ ਢੱਕੀ ਉਹਨੂੰ ਹੀ ਪਤਾ। ਕਹਿੰਦੇ ਗੁਰੂ ਨਾਨਕ ਨੇ ਆਪਣੇ ਅੰਦਰ ਬੜਾ ਕੁਝ ਲੁਕਾਇਆ, ਪਰ ਇਹ ਗੁੱਜੀਆਂ ਰਮਜਾਂ ਨੂੰ ਕੋਈ ਵਿਰਲਾ ਜਾਣਦਾ। ਅਰਜੇ ਲਖਣ ਹਾਰ ਹੋਏ ਕੋ ਤੇ ਨਿਕਾਸ ਸੀਤ ਖਵੈਸੋ। ਰਾਏ ਬੁਲਾਰ ਕਹਿੰਦਾ ਜਿੱਦਾਂ ਅੱਗ ਸਵਾਹ ਵਿੱਚ ਛੁਪੀ ਹੋਵੇ ਤੇ ਲਾਗੇ ਕੋਈ ਕੰਬੀ ਜਾਵੇ, ਉਹਨੂੰ ਪਤਾ ਨਾ ਹੋਵੇ ਤੇ ਭਾਵੇਂ ਠੰਡ ਲਵਾ ਲੇ, ਪਰ ਜਿਹਨੂੰ ਪਤਾ ਹੋਵੇ ਵੀ ਇਸ ਸਵਾਹ ਦੇ ਥੱਲੇ ਅੱਗ ਹੈ, ਉਹ ਕਹਿਣ ਲੱਗੇ ਫਿਰ ਕੀ ਕਰਦਾ ਹੈ, ਰਹਿਤ ਦੁਰਾਏ ਅਨੂਪੋ ਸਾਰਾ। ਕਹਿੰਦੇ ਉਹ ਫਿਰ ਅੱਗ ਕੱਢ ਲੈਂਦਾ ਹੈ, ਉਹਨੂੰ ਬਾਲ ਕੇ ਤੇ ਫਿਰ ਨਿੱਘ ਲੈ ਲੈਂਦਾ। ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 10 ਪਾਤਸ਼ਾਹੀਆਂ ਛੁਪ ਕੇ ਬੈਠੀਆਂ। ਤੁਹਾਨੂੰ ਪਤਾ ਜਿਹੜਿਆਂ ਸਿੱਖਾਂ ਨੂੰ ਲੱਭਣੀਆਂ ਆ ਗਈਆਂ, ਉਹ ਤਾਂ ਰੋਜ਼ ਝੂਟੇ ਲੈਂਦੇ, ਆਨੰਦ ਮਾਣਦੇ ਐ। ਕਈ ਵਿਚਾਰੇ ਬਾਹਰੋਂ ਵੇਖ ਕੇ ਮੁੜ ਜਾਂਦੇ ਵੀ ਅੱਜ ਰੁਮਾਲਾ ਆਹ ਰੰਗ ਦਾ ਲੱਗਾ, ਅੱਜ ਆਹ ਸੰਗਤ ਆਈ, ਅੱਜ ਆਹ ਚਾਦਰਾਂ ਵਿਛੀਆਂ। ਇਹ ਵੀ ਖੇਡ ਹੁੰਦੀ ਹੈ। ਇਸ ਕਰਕੇ ਰਾਏ ਬੁਲਾਰ ਕਹਿੰਦੇ ਜਿਨ੍ਹਾਂ ਨੂੰ ਅੱਗ ਦੇ ਵਿੱਚ ਦਾ ਰਾਜ ਨਹੀਂ ਪਤਾ, ਉਸ ਠੰਡ 'ਚ ਖਵ ਜਾਂਦੇ, ਤੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਸਵਾਹ ਨੂੰ ਫੋਲੋ ਵਿੱਚ ਅੱਗ, ਉਹ ਨਿੱਘ ਲੈ ਲੈਂਦੇ। ਜਿਨ੍ਹਾਂ ਨੂੰ ਪਤਾ ਲੱਗ ਗਿਆ ਗੁਰਬਾਣੀ 'ਚ ਗੁਰੂ ਹੈ, ਉਹ ਆਨੰਦ ਲੈਂਦੇ ਹਨ। ਇਸ ਕੀ ਸੇਵਾ ਜੋ ਕਰਈ, ਜਨਮ ਮਰਨ ਤੇ ਕਿਉਂ ਨਾ ਟਰਈ। ਇਸ ਕਰਕੇ ਕਹਿੰਦੇ ਹਨ ਆਪਣੇ ਡਾਕਟਰ ਰਾਏ ਬੁਲਾਰ ਜੀ, ਕਹਿੰਦੇ ਜਿਹੜਾ ਵੀ ਇਸ ਮਹਾਂਪੁਰਖ ਦੀ ਸੇਵਾ ਕਰਦਾ, ਦਿਲੋਂ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਅੱਗੇ ਵਿਦ ਇੱਕ ਅਚਰਜ ਦੇਖੀ, ਸਰਬ ਸ਼ਾਮ ਕੇ ਪ੍ਰੀਤ ਵਿਸੇਕੀ। ਕਹਿੰਦੇ ਅੱਗੇ ਵੀ ਆਪਾਂ ਇੱਕ ਕੌਤਕ ਵੇਖਿਆ ਸੀ, ਜਦੋਂ ਸੱਪ ਨੇ ਛਾਂ ਕੀਤੀ ਸੀ ਮੇਰੇ ਨਾਨਕ ਤੇ। ਅਸਦਰ ਰਹੀ ਤਰੋਵਰ ਛਾਇਆ, ਅਚਰਜ ਹੀ ਜੁਗ ਬਾਰ ਲਖਾਇਆ। ਕਹਿੰਦੇ ਹੁਣ ਦੂਜੀ ਇਹ ਅਜਮਤ ਦੇਖ ਲਈ ਹੈ ਕਿ ਦਰਖਤ ਦੀ ਛਾਂ ਹੀ ਨਹੀਂ ਤੁਰ ਰਹੀ। ਵਾਹ ਓਏ ਮੇਰੇ ਬਾਬਾ, ਤੂੰ ਕੌਣ ਹੈ, ਕਿਹੜੇ ਦੇਸ਼ੋਂ ਆਇਆ, ਇੱਕ ਵਾਰੀ ਦੱਸ ਬਾਬਾ ਨਾਨਕਾ ਤੂੰ ਕੌਣ ਹੈ। ਇੰਨਾ ਪਿਆਰ ਰਾਜਾ ਰਾਏ ਬੁਲਾਰ ਦੀ ਅੱਖਾਂ 'ਚ ਹੋ ਰਿਹਾ। ਇੱਕ ਜ਼ੁਬਾਨ ਤੋਂ ਗੱਲਾਂ ਹੁੰਦੀਆਂ, ਇੱਕ ਅੱਖਾਂ ਤੋਂ ਹੁੰਦੀਆਂ। ਕੋਈ ਮੁਖ ਤੋਂ ਅੱਖਾਂ 'ਚੋਂ ਰੋਂਦਾ, ਕੋਈ ਹਿਰਦੇ 'ਚੋਂ ਰੋਂਦਾ। ਅੱਜ ਰਾਏ ਬੁਲਾਰ ਤਾਂ ਗਦਗਦ ਹੋ ਗਿਆ, ਕਿਉਂਕਿ ਪਹਿਲੀ ਘਟਨਾ ਉਹਨੇ ਵੇਖੀ ਜਿਹੜੇ ਖੇਤ ਹਰੇ ਹੋ ਗਏ,
ਦੂਜੀ ਘਟਨਾ ਸੱਪ ਦੀ ਛਾਂ, ਅੱਜ ਤੀਜੀ ਘਟਨਾ ਹੋਰ ਘਟ ਗਈ ਅਜਮਤ ਵਾਲੀ। ਅੱਜ ਤਾਂ ਫਿਰ ਅੰਦਰ ਹੀ ਮੁੱਲ ਲੈ ਲਿਆ। ਅੱਜ ਤੇ ਉਹਦਾ ਜੀ ਕਰਦਾ ਹੈ ਕਿ ਮੈਂ ਐਸਾ ਕੋਈ ਸਵਰਗ ਦਾ ਬਾਗ ਹੋਵੇ ਤੇ ਬਾਬੇ ਨਾਨਕ ਦੇ ਉੱਤੋਂ ਭੇਟਾ ਹੀ ਕਰ ਦਿਆਂ। ਅੱਜ ਕੋਈ ਸਮਝ ਨਹੀਂ ਆ ਰਹੀ ਵੀ ਹੁਣ ਮੈਂ ਕੀ ਕਵਾਂ ਇਸ ਪਿਆਰੇ ਨੂੰ। ਆਸ ਕਹਿ ਬੰਦੇ ਦੋਨੋਂ ਹਾਥਾਂ, ਬੰਧਨ ਕੇ ਧਰ ਕੈ ਤਰ ਮਾਥਾ। ਔਰ ਕਹਿੰਦੇ ਉਸ ਵੇਲੇ ਕਵੀ ਰਾਜ ਜੀ ਕਹਿੰਦੇ ਰਾਏ ਬੁਲਾਰ ਦੇ ਹੱਥ ਜੁੜੇ ਰਹਿ ਗਏ, ਅੱਖਾਂ 'ਚੋਂ ਜਲ ਵਹਿ ਰਿਹਾ। ਕਿੰਨਾ ਚਿਰ ਇੱਦਾਂ ਸਮਾਧੀ ਲੱਗ ਗਈ। ਅੱਜ ਵੀ ਜਿਹੜੇ ਤੁਹਾਡੇ 'ਚ ਅਭਿਆਸੀ ਨੇ, ਖਾਸ ਕਰਕੇ ਤੇ ਹਰਿਮੰਦਰ ਸਾਹਿਬ ਜਾਇਓ, ਉੱਥੇ ਬਹੁਤ ਰੂਹਾਂ ਇੱਦਾਂ ਦੀਆਂ ਮਿਲਦੀਆਂ ਜਿਨ੍ਹਾਂ ਦੀਆਂ ਅੱਖਾਂ ਗਿੱਲੀਆਂ ਰਹਿੰਦੀਆਂ, ਹੱਥ ਜੁੜੇ ਰਹਿੰਦੇ ਐ, ਕਿਉਂਕਿ ਜਿਹੜੇ ਭਾਂਡੇ ਭਰ ਜਾਣ ਉਹ ਫਿਰ ਇੱਦਾਂ ਹੀ ਟਿਕ ਜਾਂਦੇ ਐ। ਇਸ ਕਰਕੇ ਅਵਸਥਾ ਸਤਿਗੁਰੂ ਮਹਾਰਾਜ ਕਿਤੇ ਸਾਨੂੰ ਵੀ ਬਖਸ਼ਿਸ਼ ਕਰ ਦੇਣ। ਜਿਨ ਹਰ ਪਾਇਆ ਕਹਿੰਦੇ ਸੁੰਨ ਹੋ ਗਏ। ਮਹਾਰਾਜ ਤਾਂ ਅੱਗੇ ਸਮਾਧੀ 'ਚ ਸੀ ਤੇ ਉਸ ਵਕਤ ਰਾਏ ਬੁਲਾਰ ਦੀ ਵੀ ਸਮਾਧੀ ਲੱਗ ਗਈ। ਇਹ ਸਮਾਧੀ ਹੁਣ ਆਪਾਂ ਕੱਲ ਨੂੰ ਖੋਲਾਂਗੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਗਲੀ ਵਿਚਾਰ ਕੱਲ ਦੇ ਦੀਵਾਨ ਵਿੱਚ ਮਹਾਰਾਜ ਜ਼ਿੰਦਗੀ ਬਖਸ਼ਣ। ਬਹੁਤ ਆਨੰਦਮਈ ਪ੍ਰਸੰਗ ਹੈ ਸਤਿਗੁਰੂ ਮਹਾਰਾਜ ਦਾ, ਸਾਰਾ ਹੀ ਪ੍ਰਸੰਗ ਆਨੰਦਮਈ ਹੈ। ਬਸ ਤੁਸੀਂ ਵੀ ਕਰਮਾਂ ਵਾਲੇ ਹੋ ਜਿਹੜੇ ਘੜੀ ਸਾਂਭ ਲੈਂਦੇ ਹੋ। 24 ਘੰਟੇ ਬੰਦਾ ਘਰ 'ਚ ਸੜਦਾ ਭੁੱਜਦਾ, ਕਦੀ ਇੱਥੇ ਬਹਿ, ਕਈ ਮਨ ਕਈ ਵਾਰੀ ਵਾਧੇ 'ਚ ਚਲ ਜਾਂਦਾ, ਕਈ ਵਾਰੀ ਘਾਟੇ 'ਚ ਚਲ ਜਾਂਦਾ। ਧੰਨ ਬਾਬਾ ਰਾਏ ਬੁਲਾਰ ਜੀ ਅੰਦਰੋਂ ਜੁੜੇ, ਅੱਖਾਂ 'ਚ ਪਾਣੀ, ਤੇ ਕੀ ਕਹਿੰਦੇ ਐ, ਧਨ ਸੋ ਦੇਸ ਜਹਾਂ ਤੂੰ ਵਸਿਆ, ਧਨ ਸੋ ਜਹਾਂ ਤੂੰ ਵਸਿਆ, ਧਨ ਸੋ ਦੇਸ ਜਹਾਂ ਤੂੰ ਵਸਿਆ, ਧਨ ਸੋ ਦੇਸ ਜਹਾਂ ਤੂੰ ਵਸਿਆ। ਮੇਰੇ ਸਜਣ, 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 ਮੇਰੇ ਸਜਣ। ਮੀਤ ਮੁਰਾਰੇ ਜਿਉ, 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 ਮੀਤ ਮੁਰਾਰੇ ਜਿਉ। ਧੰਨ ਗੁਰੂ ਨਾਨਕ ਸਾਹਿਬ। ਦਿਲ ਨਹੀਂ ਕਰਦਾ, ਇੰਨਾ ਆਨੰਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਸੰਗ ਵਿੱਚ ਹੈ। ਇੱਦਾਂ ਮਹਿਸੂਸ ਹੁੰਦਾ ਕਿ ਗੁਰੂ ਨਾਨਕ ਨੂੰ ਰਾਏ ਬੁਲਾਰ ਨੇ ਨਹੀਂ, ਆਪਾਂ ਹੀ ਵੇਖਿਆ। ਸੋ ਮਹਾਰਾਜ ਇੱਦਾਂ ਹੀ ਸਿਰ ਤੇ ਹੱਥ ਰੱਖਣ, ਕਿਤੇ ਕਿਤੇ ਆਨੰਦ ਬਣਦਾ ਹੈ। ਆਪ ਗੁਰੂ ਵਿੱਚ ਵਰਤੇ ਤਾਂ ਸੋ ਕਥਾ ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ। ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਬੋਲ